ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਅਪਾਰ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਰੋਜ਼ ਸਤਸੰਗਤ ਦੀਆਂ ਘੜੀਆਂ ਬਖਸ਼ ਦਿੰਦੇ ਹਨ। ਕੋਟਾਨ ਕੋਟ ਸ਼ੁਕਰਾਨਾ, ਕੋਟਾਨ ਕੋਟ ਸ਼ੁਕਰਾਨਾ। ਸੰਗਤ ਜੀ, ਜੋ ਅਸੀਂ ਅੱਜ ਸ਼ਬਦ ਲਿੱਤਾ ਹੈ ਭਾਈ ਗੁਰਦਾਸ ਜੀ ਦੀ ਕਵਿਤ ਵਿੱਚੋਂ ਹੈ। ਸੁਪਨ ਚਰਿਤ੍ਰ ਚਿੱਤਰ ਬਾਨਕ ਬਨੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ हैं। ਸੰਗਤ ਜੀ, ਪਰਸੋਂ 11 ਤਰੀਕ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਸਾਰੇ ਨਾਲੋਂ ਛੋਟੀ ਉਮਰ ਦੇ ਵਿੱਚ ਜਿੰਨੇ ਵੀ ਸਾਡੇ ਗੁਰੂ ਸੀਗੇ, ਸਾਰੇ ਗੁਰੂਆਂ ਦੇ ਵਿੱਚੋਂ ਸਾਰਿਆਂ ਨਾਲੋਂ ਛੋਟੀ ਉਮਰ ਦੇ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 23 ਜੁਲਾਈ 1656 ਕੀਰਤਪੁਰ ਵਿੱਚ ਇਹਨਾਂ ਦਾ ਆਗਮਨ ਹੋਇਆ। ਪਿਤਾ ਜੀ ਧੰਨ ਧੰਨ ਗੁਰੂ ਹਰਰਾਏ ਸਾਹਿਬ ਸੀਗੇ ਔਰ ਮਾਤਾ जी कृष्ण कौर जी। संगत जी, काफ़ी आप जाणू हो इतिहास तो। ਵੱਡੇ ਭਰਾ ਸੀਗੇ ਬਾਬਾ ਰਾਮ ਰਾਏ ਜੀ। ਹੁਣ ਬਾਬਾ ਰਾਮ ਰਾਏ ਜੀ ਵੱਡੇ ਸੀ ਤੇ ਗੁਰਤਾ ਗੱਦੀ ਉਹਨਾਂ ਨੂੰ ਚਾਹੀਦੀ ਸੀ। ਗੁਰਤਾ ਗੱਦੀ ਵਾਸਤੇ ਇੱਕ ਤੇ ਪਹਿਲਾਂ ਇਹ ਧੁਰੋਂ ਹੀ ਮੁਕਰਰ ਹੁੰਦਾ ਹੈ ਕਿ ਗੁਰਤਾ ਗੱਦੀ ਕਿਸ ਨੂੰ ਮਿਲਣੀ ਹੈ, ਔਰ ਉਸੇ ਹਿਸਾਬ ਨਾਲ ਕੁਝ ਨਾ ਕੁਝ ਵਿਧ ਬਣ ਜਾਂਦੀ ਹੈ ਜਿਸ ਨੂੰ ਗੁਰਤਾ ਗੱਦੀ ਨਹੀਂ ਮਿਲਣੀ ਔਰ ਜਿਸ ਨੂੰ ਗੁਰਤਾ ਗੱਦੀ ਮਿਲਣੀ ਹੈ। ਪਾਤਸ਼ਾਹ ਨੂੰ ਗੁਰਤਾ ਗੱਦੀ ਜਦੋਂ ਮਿਲੀ, ਉਹਨਾਂ ਦੀ ਸਰੀਰਿਕ ਆਯੂ 5 ਸਾਲ 2 ਮਹੀਨੇ ਤੇ 16 ਦਿਨ ਸੀ। ਉਸ ਸਮੇਂ ਤੇ ਸੰਗਤ ਜੀ ਮੁਗਲਾਂ ਦਾ ਰਾਜ ਸੀ ਔਰ ਉਸ ਸਮੇਂ ਤੇ ਜ਼ਿਆਦਾ ਤੋਂ ਜ਼ਿਆਦਾ ਇਹ ਮੁਸਲਮਾਨ ਬਣਾਉਣਾ ਚਾਹੁੰਦੇ ਸੀ। ਤੇ ਜਦੋਂ किसी सलाहकार ने उस समय की हुकूमत जिहड़ा राजा सी उसनूं कहा कि अगर तुसी गुरु हरराए साहिब नूं मुसलमान बना लोगे तो उन्हां दे बड़े सारे सिख ने, अगर उन्हां नूं बना लोगे तो उन्हां दे पिछे जिन्ने भी सिख ने, जो जिन्ने भी उन्हां नूं शरधा रखदे ने, क्योंकि हिंदू भी शरधा रखदे सी, मुसलमान भी शरधा रखदे सी ਤੇ ਸ਼ਰਧਾ ਰੱਖਦੇ ਸੀ। ਤੇ ਉਹ ਕਹਿੰਦੇ ਸੀ ਅਗਰ ਤੁਸੀਂ ਉਹਨਾਂ ਨੂੰ ਮਨਾ ਲੋਗੇ, ਨਾਲੇ ਗੁਰੂ ਗ੍ਰੰਥ ਸਾਹਿਬ ਦੇ ਵੀ ਉਹਨਾਂ ਨੂੰ ਕੁਝ ਉਹਨਾਂ ਦੇ ਸ਼ੰਕਾਵਾਂ ਸੀਗੀਆਂ, ਤੇ ਉਹ ਕਹਿੰਦੇ ਸੀ ਕਿ ਅਗਰ ਤੁਸੀਂ ਉਹਨਾਂ ਨੂੰ ਮਨਾ ਲੋਗੇ ਤੇ ਉਹਨਾਂ ਦੇ ਪਿੱਛੇ ਬੜੇ ਸਿੱਖ ਨੇ, ਉਹ ਆਪੋ ਆਪ ਮੁਸਲਮਾਨ ਬਣ ਜਾਣਗੇ। ਪਰ ਗੁਰੂ ਹਰਰਾਏ ਸਾਹਿਬ ਨਹੀਂ ਗਏ। ਜਦੋਂ ਉਹਨਾਂ ਨੂੰ ਬੁਲਾਇਆ ਗਿਆ ਦਿੱਲੀ, ਤੇ ਉਹਨਾਂ ਨੇ ਵੱਡੇ ਸਪੁੱਤਰ ਨੂੰ ਭੇਜਿਆ बाबा राम राय जी नूं, और पिता जी ने, गुरु पिता जी ने कह के भेजा कि देखो पुत्र जी, एक तो करामातां नहीं दिखाणियां और दूसरा कोई इहो जिहा काम नहीं करना जो कि गुरु घर दे खिलाफ होए। ते जदों बाबा राम राय जी उत्थे गए औरंगजेब दे कोल, ते संगत जी वो प्रभावित हो गए। उन्होंने सारियां शंकावां दूर कीतियां बाणी दियां, और जदों तक उन्होंने बाणी च छेड़छाड़ कीती, उस तो पहला वो 72 करामातां दिखा चुके सी। टोटल उन्होंने 350 करामातां करके दिखाइयां सी औरंगजेब नूं। ते जदों बाणी दे नाल छेड़छाड़ कीती, मिट्टी मुसलमान की पैड़े पई घुमियार, ते जदों उन्होंने कहा कि ये मुसलमान दे उन्होंने क्यों लिखिया है, निंदा कीती है, ते उन्होंने कहा, बाबा राम राय जी ने कहा
ਕਿ ਇਹ ਲਿਖਾਰੀ ਦੀ ਗਲਤੀ ਹੋ ਗਈ ਹੈ, ਇਹ ਮੁਸਲਮਾਨ ਨਹੀਂ ਹੈ, ਇਸ ਤੇ ਇਹ ਸ਼ਬਦ ਹੈ ਬੇਈਮਾਨ। ਤੇ ਜਦੋਂ ਪਿਤਾ ਜੀ ਨੂੰ ਧੰਨ ਧੰਨ ਗੁਰੂ ਹਰਰਾਏ ਸਾਹਿਬ ਜੀ ਨੂੰ ਪਤਾ ਲੱਗਾ ਤੇ ਉਹਨਾਂ ਨੇ ਕਿਹਾ ਸੀ ਕਿ ਹੁਣ ਤੁਸੀਂ ਸਾਨੂੰ ਆਪਣਾ ਮੁਖ ਨਾ ਦਿਖਾਇਓ। ਔਰ ਇਹ ਸੰਗਤ ਜੀ ਜੋ ਔਰੰਗਜ਼ੇਬ ਸੀ ਬੜੇ ਜ਼ੁਲਮ ਕਰ ਰਿਹਾ ਸੀ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਮਨਾ ਕਰ ਦਿੱਤਾ ਸੀ। ਗੁਰਤਾ ਗੱਦੀ ਮਿਲੀ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ, ਉਹਨਾਂ ਦੀ ਜਦੋਂ ਸਰੀਰਿਕ ਉਮਰ ਸੀ 5 ਸਾਲ 2 ਮਹੀਨੇ ਤੇ 16 ਦਿਨ। ਔਰ ਸੰਗਤ ਜੀ ਗੁਰਤਾ ਗੱਦੀ ਤੇ ਉਹ ਰਹੇ 2 ਸਾਲ 5 ਮਹੀਨੇ ਤੇ 24 ਦਿਨ। ਔਰ ਜਿਹੜੇ ਇਹ ਗੁਰਤਾ ਗੱਦੀ ਦੇ ਸਮੇਂ ਸੀ, ਗੁਰਤਾ ਗੱਦੀ ਦਾ ਜਿੰਨੇ ਵੀ ਸਮੇਂ ਰਹੇ ਉਹ 2-2.5 ਸਾਲ, 2 ਸਾਲ 5 ਮਹੀਨੇ 24 ਦਿਨ ਜੋ ਗੁਰਤਾ ਗੱਦੀ ਤੇ ਰਹੇ ਪਾਤਸ਼ਾਹ, ਉਹ ਲੋਕੀ ਉਹਨਾਂ ਦੀ ਪ੍ਰੀਖਿਆ ਹੀ ਲੈਂਦੇ ਰਹੇ। ਬੜੇ ਕਸ਼ਮਕਸ਼ ਦੇ ਵਿੱਚ ਇਹ 2.5 ਸਾਲ ਨਿਕਲੇ। ਕਿਉਂ? ਕਿਉਂਕਿ ਉਸ ਸਮੇਂ ਤੇ ਸਾਰੇ ਵਿਦਵਾਨਾਂ ਦੀ ਸੋਚ ਸੀ, ਇਹ ਚਾਣक्य ਨੀਤੀ ਸੀ ਕਿ ਕੋਈ ਵੀ ਜ਼ਿੰਮੇਵਾਰੀ ਵਾਲੀ ਪਦਵੀ ਅਗਰ ਕਿਸੇ ਨੂੰ ਉਹ ਦਈਦੀ ਹੈ ਤੇ ਉਸ ਮਨੁੱਖ ਦੀ ਉਮਰ ਘੱਟੋ ਘੱਟ 35 ਸਾਲ ਹੋਣੀ ਚਾਹੀਦੀ ਹੈ। ਕਿਉਂਕਿ ਵਿਦਵਾਨਾਂ ਦੇ ਹਿਸਾਬ ਦੇ ਨਾਲ ਉਹ ਸੋਚਦੇ ਸੀ ਕਿ 35 ਸਾਲ ਦੀ ਉਮਰ ਦੇ ਵਿੱਚ ਆ ਕੇ ਮਨੁੱਖ ਨੂੰ ਪੂਰੀ ਸਮਝ ਆ ਜਾਂਦੀ ਹੈ, ਮੈਚਿਓਰਿਟੀ ਆ ਜਾਂਦੀ ਹੈ, ਕੋਈ ਵੱਡੇ ਡਿਸੀਜਨਸ ਲੈਣ ਵਾਸਤੇ ਉਹ ਫੁੱਲ ਮੈਚਿਓਰਡ ਹੁੰਦਾ ਹੈ। ਪਰ ਪਾਤਸ਼ਾਹ ਨੇ ਜੋ ਅਕਾਲ ਪੁਰਖ ਦੀ ਜੋਤ ਜੋ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ 'ਚ ਸੀ, ਜੋ ਪਰਮੇਸ਼ਵਰ ਦਾ ਰੂਪ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨਿਰੰਕਾਰ, ਉਹਨਾਂ ਦੀ ਜੋਤ ਇਹੀ 8ਵੇਂ ਪਾਤਸ਼ਾਹ ਦੇ ਵਿੱਚ ਜੋਤ ਸੀ। ਸੰਗਤ ਜੀ ਜੋਤ ਦਾ ਜਿਹੜੀ ਜੋਤ ਹੁੰਦੀ ਹੈ ਅਕਾਲ ਪੁਰਖ ਦੀ, ਉਹਦਾ ਕੋਈ ਆਕਾਰ ਨਹੀਂ ਹੁੰਦਾ, ਉਹਦਾ ਕੋਈ ਰੂਪ ਨਹੀਂ ਹੁੰਦਾ, ਉਹਦਾ ਕੋਈ ਰੰਗ ਨਹੀਂ ਹੁੰਦਾ। ਤੇ ਜੋ ਸ਼ਕਤੀ ਹੈ ਪਰਮ ਸ਼ਕਤੀ ਪਰਮਾਤਮਾ, ਪਰਮ ਸ਼ਕਤੀ ਦੀ ਜੋਤ ਜਦੋਂ ਇਹ ਨਹੀਂ ਦੇਖਦੀ ਕਿ ਜਿਸ ਦੇ ਵਿੱਚ ਉਹ ਜੋਤ ਸਥਾਪਿਤ ਹੋ ਰਹੀ ਹੈ ਉਸ ਦੀ ਸਰੀਰਿਕ ਆਯੂ ਕਿੰਨੀ ਹੈ, ਉਹ ਕਿੰਨਾ ਉੱਚਾ ਲੰਬਾ ਹੈ, ਉਹ ਕੌਣ ਹੈ। ਗੁਰੂ ਘਰ ਦੇ ਵਿੱਚ ਗੁਰਤਾ ਗੱਦੀ 84 ਸਾਲ ਤੇ ਵੀ ਮਿਲੀ ਹੈ ਧੰਨ ਧੰਨ ਗੁਰੂ ਅਮਰਦਾਸ ਜੀ ਨੂੰ, ਔਰ 5 ਸਾਲ ਦੀ ਉਮਰ 'ਚ ਵੀ ਗੁਰਤਾ ਗੱਦੀ ਮਿਲੀ ਹੈ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ। ਜਦੋਂ ਗੁਰਤਾ ਗੱਦੀ ਮਿਲੀ ਤੇ ਲੋਕਾਂ ਨੇ ਪਰਖਣਾ ਸ਼ੁਰੂ ਕਰ ਦਿੱਤਾ ਕਿ ਐਨੀ ਛੋਟੀ ਜੀ ਉਮਰ ਦੇ ਵਿੱਚ ਕੋਈ ਗੁਰੂ ਕਿਸ ਤਰ੍ਹਾਂ ਹੋ ਸਕਦਾ ਹੈ। ਗੁਰੂ ਨਾਨਕ ਦੀ ਜੋਤ ਐਨੇ ਛੋਟੇ ਬਾਲਕ ਦੇ ਵਿੱਚ ਇਹ ਉਹਨਾਂ ਨੇ ਪਰਖਣਾ ਸ਼ੁਰੂ ਕਰ ਦਿੱਤਾ ਕਿ ਵਾਕਈ ਹੀ ਇਹ ਗੁਰੂ ਕਹਿਲਾਣ ਦੇ ਯੋਗ ਹੈ, ਕਿਉਂਕਿ ਇਹਨਾਂ ਦੀ ਸਰੀਰਿਕ ਉਮਰ 5 ਸਾਲ ਹੈ। ਤੇ ਜਦੋਂ ਗੁਰਤਾ ਗੱਦੀ ਮਿਲੀ, ਹੁਣ ਕਈ ਜੜ ਪਰਖਣ ਵਾਲਿਆਂ ਨੇ ਜਦੋਂ ਪਾਤਸ਼ਾਹ ਜਾ ਰਹੇ ਸੀ ਉਹਨਾਂ ਦੇ ਅੱਗੇ ਕੋੜੀ ਨੂੰ ਸੁੱਟ ਦਿੱਤਾ। ਪਾਤਸ਼ਾਹ ਨੇ ਜਦੋਂ ਰੁਮਾਲ ਕੱਢਿਆ ਆਪਣੇ ਸਿੱਖਾਂ ਨੂੰ ਕਿਹਾ ਕਿ ਇਹਦਾ ਮੁਖੜਾ ਸਾਫ਼ ਕਰੋ, ਇਹਦਾ ਤਨ ਸਾਫ਼ ਕਰੋ। ਤੇ ਸੰਗਤ ਜੀ ਉਸ ਕੋੜੀ ਦਾ ਸਰੀਰਿਕ ਰੋਗ ਦੂਰ ਹੋ ਗਿਆ, ਔਰ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਰੋਗ ਸੀ, ਸ਼ੰਕਾ ਦਾ ਰੋਗ, ਹਉਮੈ ਦਾ ਰੋਗ, ਪਰਖਣ ਦਾ ਰੋਗ ਕਿ ਬਈ ਇਹ ਵਾਕਿਆ 'ਚ ਗੁਰੂ ਬਣਨ ਦੇ ਯੋਗ ਹੈ ਕਿ ਨਹੀਂ, ਉਹਨਾਂ ਦੇ ਮਨਾਂ ਦਾ ਰੋਗ ਵੀ ਦੂਰ ਹੋਇਆ। ਪਰ ਇੱਥੇ ਹੀ ਇਹ ਖਤਮ ਨਹੀਂ ਹੋਇਆ ਕਿ ਬਈ ਹੋਰ ਅੱਗੇ ਪਾਤਸ਼ਾਹ ਦੀਆਂ ਪ੍ਰੀਖਿਆ ਨਹੀਂ ਹੋਣੀਆਂ। ਦਿੱਲੀ ਦੇ ਵਿੱਚ ਮਹਾਮਾਰੀ ਫੈਲ ਗਈ, ਔਰ ਦਿੱਲੀ ਦੇ ਵਿੱਚ ਔਰੰਗਜ਼ੇਬ ਦੇ ਕੋਲ ਬਾਬਾ ਰਾਮ ਰਾਏ ਜੀ ਸੀ। ਉਹ ਇੰਨੀ ਈਰਖਾ ਰੱਖਦੇ ਸੀ ਆਪਣੇ ਛੋਟੇ ਭਰਾ ਤੋਂ ਕਿ ਉਹਨਾਂ ਨੇ ਔਰੰਗਜ਼ੇਬ ਨੂੰ ਕਿਹਾ ਕਿ ਦਿੱਲੀ ਦੇ ਵਿੱਚ ਮਹਾਮਾਰੀ ਫੈਲੀ ਹੋਈ ਹੈ ਤੇ ਤੁਸੀਂ
ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ 'ਚ ਬੁਲਾਓ ਔਰ ਉਹ ਦਿੱਲੀ 'ਚ ਆਣਗੇ, ਦਿੱਲੀ 'ਚ ਚਰਨ ਪਾਣਗੇ ਤੇ ਦਿੱਲੀ 'ਚ ਠੰਡ ਪਏਗੀ, ਦਿੱਲੀ ਠੀਕ ਹੋ ਜਾਏਗੀ। ਸੰਗਤ ਜੀ, ਔਰੰਗਜ਼ੇਬ ਨੇ ਕਿਹਾ ਕਿ ਉਹ ਤੇ ਉਹਨਾਂ ਦੀ ਤੇ ਹਾਲੀ ਉਮਰ ਬੜੀ ਛੋਟੀ ਹੈ, ਉਹ ਤੇ 5 ਸਾਲ ਦੇ ਬਾਲਕ ਨੇ, ਉਹਨਾਂ ਦੀ ਉਮਰ ਤੇ ਮਾਤਾ ਦੀ ਗੋਦ ਵਿੱਚ ਖੇਲਣ ਦੀ ਹੈ। ਪਰ ਉਹਨਾਂ ਨੇ ਕਿਸੇ ਤਰ੍ਹਾਂ ਗੱਲਾਂ ਕਰ ਕਰਕੇ ਔਰੰਗਜ਼ੇਬ ਕੋਲੋਂ ਹਾਂ ਕਰਵਾ ਲਈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਣਾ ਹੈ। ਸੰਗਤ ਜੀ, ਹੁਣ ਔਰੰਗਜ਼ੇਬ ਸੋਚਦਾ ਹੈ, ਉਸ ਸਮੇਂ ਦਾ ਰਾਜਾ ਸੀ, ਸੋਚਦਾ ਹੈ ਕਿ ਇਹਨਾਂ ਨੂੰ ਹੁਕਮ ਦੇ ਕੇ ਬੁਲਾਈਏ ਕਿ ਇਹਨਾਂ ਨੂੰ ਬੇਨਤੀ ਕਰਕੇ ਬੁਲਾਈਏ। ਜਦੋਂ ਇਹ ਸੋਚ ਹੀ ਰਿਹਾ ਸੀ ਤੇ ਜੈ ਸਿੰਘ ਆਂਦਾ ਹੈ, ਰਾਜਾ ਜੈ ਸਿੰਘ, ਜੋ ਕਿ ਜੈਪੁਰ ਦਾ ਰਾਜਾ ਹੈ। ਜੈਪੁਰ ਦਾ ਰਾਜਾ, ਇਹਦੀ ਸਮੀਪਤਾ ਹੈ ਬੜੀ ਔਰੰਗਜ਼ੇਬ ਦੇ ਨਾਲ। ਜਦੋਂ ਔਰ ਸ਼ਰਧਾ ਰੱਖਦਾ ਹੈ ਪੂਰੀ ਗੁਰੂ ਘਰ ਤੇ। ਜਦੋਂ ਇਹ ਸੋਚ ਰਿਹਾ ਸੀ ਔਰੰਗਜ਼ੇਬ ਕਿ ਬੇਨਤੀ ਕਰਾਂ ਕਿ ਹੁਕਮ ਕਰਕੇ ਬੁਲਾਵਾਂ, ਤੇ ਜੈ ਸਿੰਘ ਨੇ ਕਿਹਾ ਕਿ ਗੁਰੂਆਂ ਦੇ ਅੱਗੇ ਨਾ ਹੁਕਮ ਨਹੀਂ ਚੱਲਦਾ। ਜਿਹੜੇ ਮਹਾਂਪੁਰਸ਼ ਹੁੰਦੇ ਨੇ, ਜਿਹੜੇ ਗੁਰੂ ਹੁੰਦੇ ਨੇ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਉਹਨਾਂ ਦੇ ਅੱਗੇ ਬੇਨਤੀ ਚੱਲਦੀ ਹੈ। ਤੇ ਉਹਨੇ ਜਦੋਂ ਇਹ ਗੱਲਾਂ ਰਾਜਾ ਜੈ ਸਿੰਘ ਦੇ ਮੁਖ ਤੋਂ ਸੁਣੀਆਂ ਤੇ ਉਹਨੇ ਫਿਰ ਡਿਊਟੀ ਲਗਾਤੀ ਕਿ ਜੈ ਸਿੰਘ, ਤੂੰ ਹੀ ਉਹਨਾਂ ਨੂੰ ਲੈ ਕੇ ਆ, ਕਿਉਂਕਿ ਤੂੰ ਸ਼ਰਧਾ ਵੀ ਰੱਖਦਾ ਹੈ ਗੁਰੂ ਘਰ ਤੇ, ਤੂੰ ਹੀ ਉਹਨਾਂ ਨੂੰ ਦਿੱਲੀ ਲੈ ਕੇ ਆ। ਹੁਣ ਰਾਜਾ ਜੈ ਸਿੰਘ ਦੇ ਸੰਗਤ ਜੀ ਕੋਈ ਸੰਤਾਨ ਨਹੀਂ ਸੀ। ਉਹਨੇ ਸੋਚਿਆ ਕਿ ਅਗਰ ਮੈਂ ਗੁਰੂ ਸਾਹਿਬ ਨੂੰ ਦਿੱਲੀ ਲੈ ਆਣਾ ਹੈ, ਮੈਂ ਉਹਨਾਂ ਦੀ ਬਹੁਤ ਸੇਵਾ ਕਰਾਂਗਾ ਔਰ ਮੇਰੀ ਸੇਵਾ ਤੋਂ ਖੁਸ਼ ਹੋ ਕੇ ਉਹ ਮੈਨੂੰ ਵਰ ਦੇ ਦੇਣਗੇ, ਮੇਰੇ ਘਰ ਸੰਤਾਨ ਹੋ ਜਾਏਗੀ। ਤੇ ਇਹ ਸੋਚ ਕੇ ਉਹਨੇ ਡਿਊਟੀ ਲਗਾਈ ਆਪਣੇ ਮੰਤਰੀ ਦੀ ਕਿ ਤੂੰ ਜਾ ਕੀਰਤਪੁਰ, ਜਿੱਥੇ ਕਿ ਪਾਤਸ਼ਾਹ ਮਿਹਰਾਂ ਵਰਸਾ ਰਹੇ ਨੇ, ਤੂੰ ਉੱਥੇ ਜਾ ਔਰ ਤੂੰ ਉਹਨਾਂ ਨੂੰ ਮਨਾ ਕੇ ਲੈ ਕੇ ਆ। ਉਹਨਾਂ ਨੂੰ ਇਸ ਤਰ੍ਹਾਂ ਤੂੰ ਉਹਨਾਂ ਦੇ ਅੱਗੇ ਗੱਲ ਕਰੀ ਕਿ ਉਹ ਨਾ ਕਹਿ ਪਾਣ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਜਿਹੜੇ ਰੱਬ ਦੇ ਬੰਦੇ ਹੁੰਦੇ ਨੇ ਨਾ, ਉਹਨਾਂ ਦੇ ਮੁਖ ਤੋਂ ਅਗਰ ਇੱਕ ਵਾਰੀ ਨਾ ਨਿਕਲ ਜਾਏ ਤੇ ਫਿਰ ਕੋਈ ਉਹਨਾਂ ਕੋ ਹਾਂ ਨਹੀਂ ਕਰਾ ਸਕਦਾ। ਮੰਤਰੀ ਗਿਆ, ਸੋਚਦਾ ਗਿਆ। ਸੰਗਤ ਜੀ, ਜਦੋਂ ਉਹ ਉੱਥੇ ਪਹੁੰਚਿਆ ਤੇ ਅੱਗੇ ਜਦੋਂ ਬੇਨਤੀ ਉਹਨੇ ਆਪਣੇ ਸਿੱਖ ਨੂੰ ਭੇਜਿਆ ਕਿ ਜਾ ਕੇ ਤੁਸੀਂ ਉਹਨਾਂ ਕੋ ਆਗਿਆ ਲੈ ਕੇ ਆਓ ਕਿ ਅਸੀਂ ਮਿਲ ਸਕਦੇ ਹਾਂ ਕਿ ਨਹੀਂ। ਪਾਤਸ਼ਾਹ ਨੇ ਉਹਨਾਂ ਨੂੰ ਬੁਲਾਇਆ ਔਰ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਦੱਸੋ ਤੁਸੀਂ ਕੀ ਕਰਨ ਆਏ ਹੋ, ਤੁਹਾਡਾ ਮਨਸ਼ਾ ਹੈ, ਕੀ ਵਿਚਾਰ ਹੈ। ਤੇ ਉਹਨੇ ਹੱਥ ਜੋੜ ਕੇ ਕਿਹਾ ਕਿ ਪਾਤਸ਼ਾਹ, ਦਿੱਲੀ 'ਚ ਮਹਾਂਮਾਰੀ ਫੈਲੀ ਹੋਈ ਹੈ, ਦਿੱਲੀ 'ਚ ਮਹਾਂਮਾਰੀ ਫੈਲੀ ਹੋਈ ਹੈ, ਦਿੱਲੀ ਮਰਦੀ ਪਈ ਹੈ, ਲੋਕ ਬੜੇ ਇਹ ਬਿਮਾਰੀ ਨਾਲ ਗ੍ਰਸਤ ਨੇ, ਤੇ ਤੁਸੀਂ ਦਿੱਲੀ 'ਚ ਚਰਨ ਪਾਓ ਤੇ ਤੁਸੀਂ ਦਿੱਲੀ ਨੂੰ ਠੀਕ ਕਰੋ, ਦਿੱਲੀ ਉੱਤੇ ਠੰਡ ਵਰਤਾਓ। ਰਾਜਾ ਜੈ ਸਿੰਘ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ, ਮੈਂ ਜੈ ਸਿੰਘ ਦਾ ਮੰਤਰੀ ਹਾਂ ਤੇ ਤੁਸੀਂ, ਔਰ ਜੈ ਸਿੰਘ ਬੜੀ ਸ਼ਰਧਾ ਰੱਖਦਾ ਹੈ ਤੁਹਾਡੇ ਉੱਤੇ, ਤੇ ਤੁਸੀਂ ਚੱਲੋ। ਹੁਣ ਸੰਗਤ ਜੀ, ਅੰਤਰਯਾਮੀ ਪਾਤਸ਼ਾਹ ਕੀ ਨਹੀਂ ਜਾਣਦੇ? ਉਹਨਾਂ ਨੇ ਕਿਹਾ ਗੱਲ ਤੇ ਕੁਝ ਹੋਰ ਵੀ ਹੈ। ਤੇ ਉਹਨੇ ਫਿਰ ਇੱਕ ਆਪਣੀ ਚਿੱਠੀ ਜੇਬ ਚੋਂ ਕੱਢ ਕੇ ਦਿਖਾਈ, ਜੋ ਕਿ ਜੈ ਸਿੰਘ ਨੇ ਚਿੱਠੀ ਲਿਖ ਕੇ ਦਿੱਤੀ ਸੀ। ਔਰ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਤੁਸੀਂ ਦਿੱਲੀ ਆਓ, ਦਿੱਲੀ 'ਚ ਤੁਹਾਡੀ ਬਹੁਤ ਲੋੜ ਹੈ, ਦਿੱਲੀ 'ਚ ਮਹਾਂਮਾਰੀ ਫੈਲੀ ਹੈ, ਦਿੱਲੀ ਨੂੰ ਆ ਕੇ ਬਚਾ ਲਓ। ਸੰਗਤ ਜੀ, ਪਾਤਸ਼ਾਹ ਤੇ ਜਾਣੀ ਜਾਣ ਸੀ। ਉਹਨਾਂ ਨੇ ਕਿਹਾ ਠੀਕ ਹੈ, ਅਸੀਂ ਵਿਚਾਰ ਕੇ ਦੱਸਾਂਗੇ। ਪਾਤਸ਼ਾਹ ਨੇ ਜਦੋਂ ਰਾਤ ਨੂੰ ਸੋਚ ਰਹੇ ਸੀ ਕਿ ਸਾਨੂੰ ਹੁਣ ਦਿੱਲੀ ਜਾਣਾ ਹੈ, ਕਿਉਂਕਿ ਸੰਗਤ ਜੀ, ਗੁਰੂ ਤੇ ਪਰਉਪਕਾਰ ਕਰਨ ਹੀ ਆਉਂਦੇ ਨੇ, ਉਹ ਤੇ ਦੁਨੀਆ ਦਾ ਜਗਤ ਦਾ ਭਲਾ ਕਰਨ ਹੀ ਆਉਂਦੇ ਨੇ। ਜਦੋਂ ਉਹਨਾਂ ਨੇ ਦੇਖਿਆ ਕਿ ਦਿੱਲੀ 'ਚ ਮਹਾਂਮਾਰੀ ਫੈਲੀ ਹੈ ਤੇ ਉਹਨਾਂ ਨੇ ਤੇ ਲੋਕਾਂ ਨੂੰ ਠੀਕ ਕਰਨਾ ਸੀ, ਬਿਮਾਰੀ ਠੀਕ ਕਰਨੀ ਸੀ। ਉਸ ਸਮੇਂ ਤੇ ਸੰਗਤ ਜੀ, ਦਿੱਲੀ ਦਾ ਨਾਮ ਇੰਨਾ ਖਰਾਬ ਹੋ ਚੁੱਕਿਆ ਸੀ ਕਿ ਦਿੱਲੀ ਦੇ ਨਾਮ ਤੋਂ ਹਰ ਇੱਕ ਕੋਈ ਡਰਦਾ ਸੀ। ਕਿਉਂਕਿ ਦਿੱਲੀ ਔਰੰਗਜ਼ੇਬ ਸੀ, ਔਰ ਔਰੰਗਜ਼ੇਬ ਆਪਣੇ ਧਰਮ 'ਚ ਇੰਨਾ ਕੱਟੜ ਸੀ, ਇੰਨਾ ਕੱਟੜ ਮੁਸਲਮਾਨ ਸੀ ਕਿ ਉਹ ਕਿਸੇ ਹੋਰ
ਧਰਮ ਨੂੰ ਕੋਈ ਧਰਮ ਹੀ ਨਹੀਂ ਮੰਨਦਾ ਸੀ। ਦੂਸਰੇ ਧਰਮਾਂ ਦੇ ਜਿਹੜੇ ਸਾਧੂ ਸੰਤ ਭਗਤ ਸੀ ਹੁੰਦੇ ਸੀ, ਉਹਨਾਂ ਨੂੰ ਕਿਸੇ ਨਾ ਕਿਸੇ ਆਪਣੇ ਗੱਲਾਂ ਦੇ ਵਿੱਚ ਲੈ ਕੇ ਫਸਾ ਕੇ ਉਹਨਾਂ ਨੂੰ ਮਰਵਾ ਦਿੰਦਾ ਹੁੰਦਾ ਸੀ। ਇਸ ਲਈ ਦਿੱਲੀ ਤੋਂ ਸਾਰੇ ਉਹ ਸਭ ਸੁਣ ਕੇ ਘਬਰਾ ਗਏ, ਸਿੱਖ ਵੀ ਘਬਰਾ ਗਏ ਕਿ ਪਾਤਸ਼ਾਹ ਨੂੰ ਤੇ ਦਿੱਲੀ ਬੁਲਾਇਆ ਹੈ। ਮਾਤਾ ਜੀ ਦੇ ਜਦੋਂ ਕੋਲ ਪਹੁੰਚੇ, ਮਾਤਾ ਜੀ ਨੂੰ ਵੀ ਚਿੰਤਾ ਲੱਗ ਗਈ। ਸੰਗਤ ਜੀ, 31 ਸਾਲ ਸੀਗੀ ਮਾਤਾ ਜੀ ਦੀ ਉਮਰ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ। ਤੇ ਸੰਗਤ ਜੀ, ਮਾਤਾ ਜੀ ਵੀ ਸੋਚ 'ਚ ਪੈ ਗਏ ਕਿ ਹੁਣ ਇਹਨਾਂ ਨੇ ਚਲੇ ਜਾਣਾ ਹੈ। ਤੇ ਸੰਗਤ ਜੀ, ਬੇਸ਼ੱਕ ਉਹ ਗੁਰੂ ਨੇ, ਪਰ ਮਾਂ ਤੇ ਮਾਂ ਹੀ ਹੈ। ਤੇ ਉਹਨਾਂ ਨੇ ਜਦੋਂ ਚਿੰਤਾ ਪ੍ਰਗਟ ਕੀਤੀ ਕਿ ਤੁਸੀਂ ਉੱਥੇ ਜਾਓਗੇ, ਤੁਹਾਡੇ ਪਿਤਾ ਜੀ ਦਾ ਤੇ ਬਚਨ ਹੈ ਕਿ ਨੈ ਮਲੇਛ ਕੋ ਦਰਸ਼ਨ ਦੇ, ਕਿ ਅਸੀਂ ਮਲੇਛ ਨੂੰ ਦਰਸ਼ਨ ਨਹੀਂ ਦੇਣੇ। ਔਰ ਇਹਨਾਂ ਨੂੰ ਵੀ ਪਿਤਾ ਜੀ ਕਹਿ ਕੇ ਗਏ ਸੀ, ਧੰਨ ਧੰਨ ਗੁਰੂ ਹਰਿਰਾਏ ਸਾਹਿਬ ਕਹਿ ਕੇ ਗਏ ਸੀ ਕਿ ਤੁਸੀਂ ਔਰੰਗਜ਼ੇਬ ਨੂੰ ਮੱਥੇ ਨਹੀਂ ਲਗਾਉਣਾ, ਉਹਨੂੰ ਦਰਸ਼ਨ ਨਹੀਂ ਦੇਣੇ। ਤੇ ਮਾਤਾ ਜੀ ਨੇ ਕਿਹਾ ਕਿ ਤੁਸੀਂ ਦਿੱਲੀ ਜਾਓਗੇ ਤੇ ਅੰਦਰ ਵੜਦੇ ਲੰਘਦੇ ਤੁਸੀਂ ਦਿੱਲੀ ਗਏ ਤੇ ਅੱਗੇ ਔਰੰਗਜ਼ੇਬ ਅਗਰ ਤੁਹਾਨੂੰ ਉੱਥੇ ਮਿਲ ਗਿਆ ਤੇ ਐਦਾਂ ਤੇ ਤੁਹਾਡੇ ਪਿਤਾ ਜੀ ਦਾ ਬਚਨ ਫਿੱਕਾ ਪੈ ਜਾਏਗਾ, ਤੁਹਾਡਾ ਬਚਨ ਫਿੱਕਾ ਪੈ ਜਾਏਗਾ, ਕਿਉਂਕਿ ਤੁਸੀਂ ਵੀ ਕਿਹਾ ਹੈ ਤੁਸੀਂ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਤੇ ਉਹਨਾਂ ਨੇ ਮਾਤਾ ਜੀ ਨੂੰ ਹੌਸਲਾ ਦਿੱਤਾ, ਮਾਤਾ ਜੀ ਅਸੀਂ ਪਿਤਾ ਜੀ ਦੇ ਬਚਨ ਪੂਰੀ ਤਰ੍ਹਾਂ ਕਮਾਵਾਂਗੇ, ਅਸੀਂ ਉਹਨੂੰ ਆਪਣੇ ਮੱਥੇ ਨਹੀਂ ਲੱਗਣ ਦਾਂਗੇ, ਅਸੀਂ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਵਾਂਗੇ। ਔਰ ਉਹਨਾਂ ਨੇ ਉੱਥੋਂ ਦੀ ਚਾਲੇ ਪਾਏ। ਇਹ ਜਿਹੜਾ ਮੰਤਰੀ ਆਇਆ ਸੀ ਜੈ ਸਿੰਘ ਦਾ, ਉਹਨੂੰ ਪੱਕਾ ਕੀਤਾ ਕਿ ਅਸੀਂ ਦਿੱਲੀ ਜਾਵਾਂਗੇ, ਪਰ ਤੂੰ ਰਾਜੇ ਨੂੰ ਕਹਿ ਦੇਈਂ ਕਿ ਔਰੰਗਜ਼ੇਬ ਸਾਡੇ ਮੱਥੇ ਨਾ ਲੱਗੇ। ਸੰਗਤ ਜੀ, ਉੱਥੋਂ ਦੀ ਤੁਰ ਪਏ। ਜਦੋਂ ਉੱਥੋਂ ਦੀ ਤੁਰ ਪਏ ਤੇ ਪਹਿਲਾਂ ਤੇ ਸੰਗਤ ਜੀ, ਜਦੋਂ ਪੰਜੋਖੜਾ ਸਾਹਿਬ ਆਏ, ਸਾਰਿਆਂ ਨੂੰ ਇਤਿਹਾਸ ਪਤਾ ਹੈ, ਜਦੋਂ ਪੰਜੋਖੜਾ ਸਾਹਿਬ ਆਏ ਉੱਥੇ ਪਾਤਸ਼ਾਹ ਨੇ 2 ਕੌਤਕ ਕੀਤੇ। ਸੰਗਤ ਜੀ, ਹੁਣ ਜਿੱਧਰੋਂ ਦੀ ਪਾਤਸ਼ਾਹ ਆ ਰਹੇ ਸੀ ਪਾਲਕੀ 'ਚ ਬੈਠ ਕੇ, ਜਿੱਧਰੋਂ ਸੰਗਤਾਂ ਨੂੰ ਪਤਾ ਲੱਗਦਾ ਸੀ ਕਿ ਪਾਤਸ਼ਾਹ ਆ ਰਹੇ ਨੇ, ਤੇ ਸੰਗਤ ਜੀ ਸਾਰੇ ਸੰਗਤ ਦਰਸ਼ਨ ਕਰਨ ਵਾਸਤੇ ਖਲੋ ਜਾਂਦੀ ਹੁੰਦੀ ਸੀ। ਤੇ ਜਦੋਂ ਪੰਜੋਖੜਾ ਸਾਹਿਬ ਆਏ ਤੇ ਸੰਗਤ ਨੇ ਉੱਥੇ ਵੀ ਸੰਗਤ ਇਕੱਠੀ ਹੋ ਗਈ। ਤੇ ਜੈ ਸਿੰਘ ਕਹੇ ਕਿ ਪਾਤਸ਼ਾਹ ਸੰਗਤ ਤੇ ਦਰਸ਼ਨ ਕਰਨ ਆਂਦੀ ਰਹੇਗੀ ਤੇ ਐਦਾਂ ਅਸੀਂ ਦਿੱਲੀ ਜਾਣ ਨੂੰ ਸਾਨੂੰ ਬਹੁਤ ਦੇਰ ਹੋ ਜਾਏਗੀ, ਤੇ ਤੁਸੀਂ ਕੋਈ ਐਦਾਂ ਦੀ ਵਿਧ ਬਣਾਓ, ਐਦਾਂ ਦੀ ਕੋਈ ਜੁਗਤੀ ਕਰੋ ਕਿ ਸੰਗਤ ਨੂੰ ਤੁਸੀਂ ਦਰਸ਼ਨ ਵੀ ਦੇ ਦਿਓ ਔਰ ਅਸੀਂ ਦਿੱਲੀ ਵੀ ਜਲਦੀ ਪਹੁੰਚ ਜਾਈਏ। ਤੇ ਸੰਗਤ ਜੀ, ਪਾਤਸ਼ਾਹ ਨੇ ਉੱਤੇ ਫਿਰ ਰੇਤਾ ਇਕੱਠੀ ਕੀਤੀ ਔਰ ਉੱਥੇ ਇੱਕ ਨਿਸ਼ਾਨ ਗੱਡ ਦਿੱਤਾ, ਨਿਸ਼ਾਨ ਸਾਹਿਬ ਗੱਡ ਦਿੱਤਾ। ਔਰ ਪਾਤਸ਼ਾਹ ਨੇ ਸਾਰੇ ਉੱਥੋਂ ਦੀ ਸੰਗਤ ਨੂੰ ਬਚਨ ਕੀਤੇ ਕਿ ਜੋ ਇਸ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੇਗਾ ਉਹਨੂੰ ਉਹੀ ਫਲ ਪ੍ਰਾਪਤ ਹੋਏਗਾ ਜੋ ਸਾਡੇ ਦਰਸ਼ਨ ਕਰਕੇ ਫਲ ਪ੍ਰਾਪਤ ਹੁੰਦਾ ਹੈ। ਇਹ ਸੰਗਤ ਜੀ, ਸਿੱਖ ਪੰਥ ਦਾ ਪਹਿਲਾ ਨਿਸ਼ਾਨ ਸਾਹਿਬ ਗੁਰੂ ਸਾਹਿਬ ਨੇ ਲਗਾਇਆ। ਉਸ ਤੋਂ ਬਾਅਦ ਪੰਜੋਖੜਾ ਸਾਹਿਬ ਜਦੋਂ ਉੱਥੋਂ ਦੀ ਤੁਰੇ ਤੇ ਸੰਗਤ ਜੀ, ਫਿਰ ਆਪ ਜੀ ਨੂੰ ਪਤਾ ਹੈ ਕਿ ਉੱਥੇ ਕੌਣ ਮਿਲਿਆ? ਲਾਲ ਚੰਦ ਪੰਡਤ ਮਿਲਿਆ। ਜਦੋਂ ਉਹਨਾਂ ਨੇ ਦੇਖਿਆ ਕਿ ਇੱਥੇ ਤੇ ਬੜਾ ਲਾਮ ਲਸ਼ਕਰ ਹੈ, ਉੱਥੇ ਤੇ ਬੜੇ ਸਾਰੇ ਹਾਥੀ ਘੋੜੇ ਪਾਲਕੀਆਂ ਨੇ, ਉਹਨੇ ਦੇਖਿਆ ਕਿ ਇੱਥੇ ਤੇ ਕਿਹੜਾ ਰਾਜਾ ਆਇਆ ਹੈ। ਪਤਾ ਚੱਲਿਆ, ਇੱਕ ਸਿੱਖ ਨੇ ਦੱਸਿਆ ਕਿ ਇੱਥੇ ਤੇ ਸਾਡੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਉਤਾਰਾ ਹੋਇਆ ਹੈ। ਕਹਿੰਦੇ ਤੇਰੇ ਗੁਰੂ ਦੀ ਉਮਰ ਕਿੰਨੀ ਹੈ? ਜੀ ਮੇਰੇ ਗੁਰੂ ਦੀ 6.5 ਸਾਲ ਉਮਰ ਹੈ। ਉਹ ਪੰਡਤ ਜੀ ਕਹਿੰਦੇ, ਪੰਡਤ ਜੀ ਨੂੰ ਆਪਣੇ ਤੇ ਬਹੁਤ ਹੰਕਾਰ ਸੀ, ਆਪਣੀ ਇੱਕ ਕੁਲ ਦਾ ਹੰਕਾਰ ਸੀ, ਇੱਕ ਆਪਣੀ ਵਿਦਵਤਾ ਦਾ ਹੰਕਾਰ ਸੀ, ਉੱਪਰ ਉਹਨਾਂ ਨੂੰ ਬੜੇ ਗ੍ਰੰਥ ਕੰਠ ਸੀਗੇ, ਉਹਨਾਂ ਨੂੰ ਉਹਦਾ ਬੜਾ ਹੰਕਾਰ ਸੀ। ਤੇ ਹਉਮੈ ਦਾ ਜਿਹੜਾ ਰੋਗ ਹੁੰਦਾ ਹੈ ਨਾ ਸੰਗਤ ਜੀ, ਇਹ ਜਿਹੜੇ 5 ਰੋਗ ਜਿਹੜੇ ਸਰੀਰ ਨੂੰ ਚੰਬੜੇ ਹੁੰਦੇ ਨੇ ਨਾ, ਇਹਨਾਂ ਤੋਂ ਛੁਟਕਾਰਾ ਬਿਨਾਂ ਗੁਰੂ ਦੀ ਦਇਆ ਦ੍ਰਿਸ਼ਟੀ ਤੋਂ ਇਹਨਾਂ ਤੋਂ ਮੁਕਤ ਹੋਣਾ ਮਨੁੱਖ ਵਾਸਤੇ ਬੜਾ ਹੀ ਔਖਾ ਹੈ। ਜਦੋਂ ਉੱਥੋਂ ਪੰਡਤ ਨੇ ਕਿਹਾ ਕਿ ਛੋਟਾ ਜਿਹਾ ਤੇਰਾ ਗੁਰੂ
ਔਰ ਨਾਮ ਐਨਾ ਵੱਡਾ। ਸਾਡੇ ਤੇ ਇੱਕ ਹੋਏ ਨੇ ਕ੍ਰਿਸ਼ਨ ਜੀ, ਜਿਨ੍ਹਾਂ ਨੇ ਗੀਤਾ ਉਚਾਰੀ ਹੈ। ਤੇਰੇ ਗੁਰੂ ਨੂੰ ਤੇ ਮੈਂ ਤਾਂ ਮੰਨਾਂ ਜੇ ਗੀਤਾ ਦੇ 2 ਸ਼ਲੋਕਾਂ ਦਾ ਹੀ ਅਰਥ ਕਰ ਦੇਣ। ਸੰਗਤ ਜੀ, ਸਿੱਖ ਨੂੰ ਆਪਣੇ ਗੁਰੂ ਤੇ ਬੜਾ ਵਿਸ਼ਵਾਸ ਸੀ। ਸੰਗਤ ਜੀ, ਇਹੋ ਜੀ ਦ੍ਰਿੜਤਾ ਹੋਣੀ ਚਾਹੀਦੀ ਆ ਸਾਡੇ ਵਿੱਚ ਵੀ। ਸਾਨੂੰ ਵੀ ਆਪਣੇ ਗੁਰੂ ਦੇ ਉੱਤੇ ਪੂਰੀ ਤਰ੍ਹਾਂ ਵਿਸ਼ਵਾਸ ਹੋਣਾ ਚਾਹੀਦਾ। ਸਾਡਾ ਤੇ ਵਿਸ਼ਵਾਸ ਬੜੀ ਜਲਦੀ ਡੋਲ ਜਾਂਦਾ ਹੈ। ਸਿੱਖ ਨੇ ਕਿਹਾ, ਪੰਡਤ ਤੁਸੀਂ ਇੱਥੇ ਹੀ ਖੜੇ ਹੋਵੋ, ਮੈਂ ਆਪਣੇ ਗੁਰੂ ਜੀ ਕੋ ਹੁਣੇ ਹੀ ਆਗਿਆ ਲੈ ਕੇ ਆਨਾ ਹੈ। ਸੰਗਤ ਜੀ, ਕਈ ਵਾਰੀ ਪਤਾ ਕੀ ਹੁੰਦਾ, ਕਈ ਵਾਰੀ ਤਰਕ ਵੀ ਸਾਡਾ ਉਧਾਰ ਕਰ ਦਿੰਦੇ ਨੇ। ਔਰ ਪੰਡਤ ਸੀਗਾ ਤਰਕਵਾਦੀ। ਜਦੋਂ ਸਿੱਖ ਅੰਦਰ ਪਾਤਸ਼ਾਹ ਕੋ ਆਗਿਆ ਲੈਣ ਗਿਆ ਤੇ ਪੰਡਤ ਬਾਹਰ ਸੋਚੇ ਕਿ 6 ਸਾਲ ਦਾ ਇਹਨਾਂ ਦਾ ਗੁਰੂ ਹੈ, ਔਰ ਸਿੱਖ ਨੂੰ ਕਿੰਨਾ ਮਾਣ ਹੈ ਆਪਣੇ ਗੁਰੂ ਦੇ ਉੱਤੇ। ਮੈਂ ਅੰਦਰ ਜਾਵਾਂਗਾ, ਮੈਂ 6 ਸਾਲ ਦੇ ਬਾਲਕ ਨੂੰ ਮੱਥਾ ਨਹੀਂ ਟੇਕਣਾ, ਮੈਂ 6 ਸਾਲ ਦੇ ਬਾਲਕ ਨੂੰ ਮੱਥਾ ਨਹੀਂ ਟੇਕਾਂਗਾ, ਔਰ ਇਹੋ ਜਿਹੇ ਸ਼ਲੋਕ ਪੁੱਛਾਂਗਾ, ਔਖੇ ਤੋਂ ਔਖੇ ਸ਼ਲੋਕ ਪੁੱਛਾਂਗਾ ਕਿ ਗੁਰੂ ਨੂੰ ਉਹਦੀ ਵਿਚਾਰ ਕਰਨੀ ਨਾ ਆਵੇ, ਉਹਦੇ ਅਰਥ ਕਰਨੇ ਨਾ ਆਣ। ਤੇ ਜਦੋਂ ਸਿੱਖ ਨੇ ਅੰਦਰ ਜਾ ਕੇ ਬੇਨਤੀ ਕੀਤੀ ਕਿ ਪਾਤਸ਼ਾਹ, ਬਾਹਰ ਪੰਡਤ ਆਇਆ ਹੈ ਔਰ ਉਹ ਕਹਿੰਦਾ ਹੈ ਉਹਨੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਗਿਆ ਦਿਓ ਤੇ ਮੈਂ ਉਹਨੂੰ ਅੰਦਰ ਲੈ ਆਵਾਂ। ਪਾਤਸ਼ਾਹ ਕਹਿੰਦੇ ਉਹ ਪੰਡਤ ਰੋਗੀ ਹੈ, ਉਹਨੂੰ ਲੈ ਆਓ। ਪਾਤਸ਼ਾਹ, ਉਹ ਤੇ ਚੰਗਾ ਭਲਾ ਦਿਖਦਾ ਹੈ, ਉਹ ਤੇ ਰੋਗੀ ਨਹੀਂ ਦਿਖਦਾ। ਪਾਤਸ਼ਾਹ ਨੇ ਕਿਹਾ, ਉਹ ਹਉਮੈ ਦਾ ਰੋਗੀ ਹੈ, ਲੈ ਆਓ ਉਹਨੂੰ ਅੰਦਰ। ਸੰਗਤ ਜੀ ਦੇਖੋ, ਪੰਡਤ ਦਾ ਤਰਕ ਉਹਦਾ ਉਧਾਰ ਕਰ ਗਿਆ। ਅੱਜ ਪੰਡਤ ਦਾ ਉਧਾਰ ਹੋ ਜਾਣਾ ਹੈ। ਪੰਡਤ ਕਿੰਨਾ ਭਾਗਾਂ ਵਾਲਾ ਹੈ। ਪਾਤਸ਼ਾਹ ਨੇ ਆਗਿਆ ਦਿੱਤੀ, ਪੰਡਤ ਗਿਆ, ਸਿੱਖ ਗਿਆ ਬਾਹਰ। ਪੰਡਤ ਜੀ, ਤੁਸੀਂ ਬੜੇ ਭਾਗਾਂ ਵਾਲੇ ਹੋ, ਤੁਹਾਨੂੰ ਪਾਤਸ਼ਾਹ ਨੇ ਆਗਿਆ ਦੇ ਦਿੱਤੀ ਤੁਹਾਨੂੰ ਦਰਸ਼ਨ ਦੇਣ ਵਾਸਤੇ। ਪੰਡਤ ਮੁਸਕਰਾਏ ਕਿ ਇਹਨੂੰ ਸਿੱਖ ਨੂੰ ਆਪਣੇ ਗੁਰੂ ਤੇ ਬੜਾ ਮਾਣ ਹੈ, ਮੈਨੂੰ ਮੈਂ ਭਾਗਾਂ ਵਾਲਾ ਹੋ ਗਿਆ ਕਿ ਮੈਨੂੰ ਦਰਸ਼ਨ ਦੇਣਗੇ, ਹੈ ਬੜਾ ਮਾਣ ਹੈ ਸਿੱਖ ਨੂੰ ਆਪਣੇ ਗੁਰੂ ਤੇ। ਪੰਡਤ ਅੰਦਰ ਗਏ, ਕਿਉਂਕਿ ਹਉਮੈ ਦਾ ਰੋਗੀ ਸੀ ਲਾਲਚੰਦ ਜੀ। ਪੰਡਤ ਅੰਦਰ ਗਏ, ਪਾਤਸ਼ਾਹ ਨੂੰ ਮੱਥਾ ਨਹੀਂ ਟੇਕਿਆ ਔਰ ਜਾ ਕੇ ਪਾਤਸ਼ਾਹ ਦੇ ਕੋਲ ਆਕੜ ਕੇ ਬੈਠ ਗਿਆ। ਜਦੋਂ ਉੱਥੇ ਬੈਠਿਆ ਤੇ ਪਾਤਸ਼ਾਹ ਨੇ ਕਿਹਾ, ਦੱਸੋ, ਤੁਸੀਂ ਸਿੱਧਾ ਸਾਨੂੰ ਪੁੱਛੋ, ਪੰਡਤ ਜੀ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਤੇ ਉਹਨਾਂ ਨੇ ਕਿਹਾ ਕਿ ਤੁਸੀਂ, ਸਾਡੇ ਕ੍ਰਿਸ਼ਨ ਜੀ ਨੇ ਤੇ ਗੀਤਾ ਉਚਾਰੀ ਹੈ, ਤੁਸੀਂ ਜੇ ਗੀਤਾ ਦੇ ਸ਼ਲੋਕਾਂ ਦੇ ਅਰਥ ਕਰ ਦੋ ਤੇ ਮੈਨੂੰ ਤਸੱਲੀ ਹੋ ਜਾਏ ਕਿ ਤੁਹਾਡਾ ਨਾਮ ਠੀਕ ਰੱਖਿਆ ਹੈ। ਪਾਤਸ਼ਾਹ ਕਹਿੰਦੇ, ਪੰਡਤ ਜੀ ਅਸੀਂ ਅਰਥ ਕਰ ਵੀ ਦਵਾਂਗੇ ਨਾ ਤੇ ਤੁਹਾਡੀ ਸ਼ੰਕਾ ਦੂਰ ਨਹੀਂ ਹੋਣੀ। ਤੇ ਤੁਸੀਂ ਐਦਾਂ ਕਰੋ, ਤੁਸੀਂ ਆਪਣੇ ਨਗਰ ਵਿੱਚ ਜਾਓ ਤੇ ਨਗਰ ਵਿੱਚ ਜਾ ਕੇ ਆਪਣਾ ਮਨ ਭਾਉਂਦਾ ਬੰਦਾ ਲੈ ਆਓ, ਔਰ ਹਾਂ ਵੇਖਿਓ ਉਹ ਬੰਦਾ ਮੂਰਖ ਹੋਵੇ। ਗੁਰੂ ਨਾਨਕ ਦਾ ਘਰ ਬਹੁਤ ਵੱਡਾ ਹੈ। ਗੁਰੂ ਨਾਨਕ ਦਾ ਘਰ ਇੰਨਾ ਵੱਡਾ ਹੈ ਕਿ ਮੂਰਖ ਵੀ ਅਰਥ ਕਰ ਦੇਗਾ। ਸੰਗਤ ਜੀ, ਜਦੋਂ ਪਾਤਸ਼ਾਹ ਦੇ ਮੁਖ ਤੋਂ ਇਹ ਬਚਨ ਸੁਣੇ ਤੇ ਪੰਡਤ ਦਾ ਥੋੜਾ ਹੌਸਲਾ ਘਟ ਗਿਆ, ਥੋੜਾ ਉਹਦਾ ਹੰਕਾਰ ਟੁੱਟਿਆ। ਗਿਆ ਸੰਗਤ ਜੀ। ਹੁਣ ਉਧਾਰ ਕਿਹਦਾ ਹੋਣਾ ਹੈ? ਛੱਜੂ ਚੀਵਰ ਦਾ। ਛੱਜੂ ਚੀਵਰ ਨੂੰ ਲੱਭ ਕੇ ਲਿਆਂਦਾ, ਅਗਲੇ ਦਿਨ ਲੈ ਕੇ ਆਇਆ ਔਰ ਆਪਣੇ ਵੱਲੋਂ ਤੇ ਉਹਨੇ ਚਲਾਕੀ ਕੀਤੀ, ਕਿਉਂਕਿ ਛੱਜੂ ਚੀਵਰ ਨਾ ਬੋਲ ਸਕਦਾ ਸੀ ਨਾ ਸੁਣ ਸਕਦਾ ਸੀ। ਉਹਦੇ ਮਨ 'ਚ ਆਇਆ, ਜਦ ਇਹ ਸ਼ਲੋਕ ਸੁਣੇਗਾ ਨਹੀਂ, ਇਹਨੂੰ ਤੇ ਨਾ ਸੁਣਾਈ ਦਿੰਦਾ ਹੈ। ਔਰ ਉਸ ਸਮੇਂ ਤੇ ਸੰਗਤ ਜੀ, ਜਿਹੜੀ ਨੀਵੀਂ ਜਾਤ ਹੁੰਦੀ ਸੀ ਨਾ, ਇਹਨਾਂ ਨੂੰ ਵੇਦ ਪਾਠ ਸ਼ਾਸਤਰ ਸੁਣਨ ਦਾ ਵੀ ਹੁਕਮ ਨਹੀਂ ਹੁੰਦਾ ਸੀ। ਕੰਨਾਂ 'ਚ ਵਿੱਚ ਗਰਮ ਤੇਲ ਪਾ ਦਿੱਤਾ ਜਾਂਦਾ ਸੀ। ਤੇ ਕਹਿੰਦੇ ਉਹ ਪੰਡਤ ਨੇ ਸੋਚਿਆ ਕਿ ਇਹ ਤੇ ਸੁਣਦਾ ਵੀ ਨਹੀਂ ਆ, ਕਦੀ ਤੇ ਇਹਨੇ ਸ਼ਲੋਕ ਸੁਣੇ ਵੀ ਨਹੀਂ, ਤੇ ਇਹ ਕਿੱਥੋਂ ਅਰਥ ਕਰੇਗਾ। ਜਦੋਂ ਛੱਜੂ ਚੀਵਰ ਨੂੰ ਸਾਹਮਣੇ ਲਿਆਂਦਾ, ਪਾਤਸ਼ਾਹ ਨੇ ਮਿਹਰ ਭਰੀ ਦ੍ਰਿਸ਼ਟੀ ਉਹਦੇ ਤੇ ਪਾਈ ਔਰ ਆਪਣੇ ਸਿੱਖਾਂ ਨੂੰ ਕਿਹਾ ਕਿ ਜਾਓ, ਇਹਨੂੰ ਇਸ਼ਨਾਨ ਕਰਵਾ ਕੇ ਇਹਨੂੰ ਸੁੰਦਰ ਕੱਪੜੇ, ਨੂੰ ਸਾਫ ਸੁਥਰੇ ਬਸਤਰ ਪਹਿਨਾ ਕੇ ਲਿਆਓ। ਛੱਜੂ ਚੀਵਰ ਨੂੰ ਬਸਤਰ ਪਹਿਨਾ ਕੇ ਲਿਆਂਦੇ। ਜਦੋਂ ਬਸਤਰ ਪਹਿਨਾ ਕੇ ਲਿਆਂਦੇ, ਪਾਤਸ਼ਾਹ ਆਪਣੇ ਹੱਥ 'ਚ ਛੜੀ ਫੜਦੇ ਹੁੰਦੇ ਸੀ। ਛੱਜੂ ਚੀਵਰ ਦੇ ਸਿਰ ਤੇ ਪਾਤਸ਼ਾਹ ਨੇ ਛੜੀ ਰੱਖੀ ਔਰ
ਪੰਡਿਤ ਨੂੰ ਕਿਹਾ। ਪੰਡਿਤ ਜਦੋਂ ਸ਼ਲੋਕ ਬੋਲਣ ਲੱਗਾ ਤੇ ਉਹਨੂੰ ਆਪਣੇ ਤੇ ਹੰਕਾਰ ਬੜਾ ਸੀ, ਹੰਕਾਰ ਬੜਾ ਸੀ, ਤੇ ਉਹ ਹੰਕਾਰ ਦੇ ਵਿੱਚ ਆ ਕੇ ਉਹ ਸ਼ਲੋਕ ਗਲਤ ਪੜ੍ਹਨੇ ਸ਼ੁਰੂ ਕਰ ਦਿੱਤੇ ਉਹਨੇ। ਜਦੋਂ ਗਲਤ ਪੜ੍ਹਨੇ ਸ਼ੁਰੂ ਕਰ ਦਿੱਤੇ ਤੇ ਛੱਜੂ ਜੀ ਨੇ ਕਿਹਾ, ਪੰਡਿਤ ਜੀ ਸ਼ਲੋਕ ਠੀਕ ਪੜੋਗੇ ਤਾਂ ਹੀ ਤੇ ਮੈਂ ਅਰਥ ਕਰ ਸਕਾਂਗਾ, ਜੇ ਤੁਸੀਂ ਕਹੋ ਤੇ ਸ਼ਲੋਕ ਵੀ ਅਸੀਂ ਪੜ੍ਹ ਦਿੰਨੇ ਆ। ਜਦੋਂ ਸੰਗਤ ਜੀ ਉਹਦੇ ਮੂੰਹ ਤੋਂ ਆਵਾਜ਼ ਸੁਣੀ ਪੰਡਿਤ ਜੀ, ਉਹ ਤੇ ਹੱਕਾ ਬੱਕਾ ਰਹਿ ਗਿਆ, ਉਹ ਹੱਕਾ ਬੱਕਾ ਰਹਿ ਗਿਆ, ਉਹਦੇ ਮੂੰਹ ਤੋਂ ਆਵਾਜ਼ ਹੀ ਨਾ ਨਿਕਲੇ ਤੇ ਸੰਗਤ ਜੀ ਕੋਈ ਸ਼ਲੋਕ ਹੀ ਨਾ ਨਿਕਲੇ। ਆਪਣੀ ਵੱਲੋਂ ਤੇ ਉਹਨੇ ਸੋਚਿਆ ਸੀ ਬੜੇ ਔਖੇ ਸ਼ਲੋਕ ਪੁੱਛੇਗਾ, ਪਰ ਘਬਰਾ ਕੇ ਉਹਦੇ ਮੁਖ ਤੋਂ ਆਵਾਜ਼ ਨਾ ਨਿਕਲੇ ਤੇ ਛੱਜੂ ਜੀ ਨੇ ਨੇਤਰ ਬੰਦ ਕੀਤੇ ਔਰ ਪਾਤਸ਼ਾਹ ਦੀ ਛੜੀ ਉਹਦੇ ਸਿਰ ਤੇ ਸੀ, ਉਹਨੇ ਨੇਤਰ ਬੰਦ ਕੀਤੇ, ਉਹਨੇ ਪੂਰੇ ਸ਼ਲੋਕ ਵੀ ਆਪੇ ਉੱਚਾ ਬੋਲੇ ਔਰ ਸ਼ਲੋਕਾਂ ਦੇ ਅਰਥ ਵੀ ਕਰਕੇ ਸੁਣਾਏ। ਫਿਰ ਕਿਆ ਕਹਿੰਦੇ ਆ, ਕੋਈ ਸ਼ੰਕਾ ਹੋਰ ਰਹਿ ਗਈ ਹੋਏ ਤੇ ਦੱਸੋ। ਤੁਹਾਡੇ ਮਨ ਵਿੱਚ ਤੇ ਹੋਰ ਵੀ ਸ਼ੰਕਾ, ਤੁਹਾਡੇ ਮਨ 'ਚ ਤੇ 10 ਸ਼ੰਕਾਵਾਂ ਹੋਰ ਸੀ ਗੀਤਾ ਨੂੰ ਲੈ ਕੇ, ਤੇ ਛੱਜੂ ਚੀਵਰ ਨੇ 10 ਦੀ ਬਜਾਏ 20 ਉਹਨਾਂ ਦੇ ਸ਼ਲੋਕ ਪੜ੍ਹ ਕੇ ਉਹਨਾਂ ਦੀਆਂ ਸ਼ੰਕਾਵਾਂ ਦੂਰ ਕੀਤੀਆਂ। ਤੇ ਸੰਗਤ ਜੀ ਤਨ ਦਾ ਰੋਗ ਦੂਰ ਕੀਤਾ ਛੱਜੂ ਦਾ, ਉਹਦਾ ਮਨ ਦਾ ਰੋਗ ਦੂਰ ਕੀਤਾ ਪੰਡਿਤ ਜੀ ਦਾ ਹਉਮੈ ਟੁੱਟ ਗਿਆ। ਜਦੋਂ ਉਹਨਾਂ ਦਾ ਉਹ ਨਮਰ ਪੈ ਗਏ, ਪਾਤਸ਼ਾਹ ਦੇ ਚਰਨਾਂ 'ਚ ਪੈ ਗਏ, ਕਹਿੰਦੇ ਆ ਪਾਤਸ਼ਾਹ ਤੁਸੀਂ ਪੂਰੇ ਗੁਰੂ ਹੋ, ਤੁਸੀਂ ਹੀ ਕ੍ਰਿਸ਼ਨ ਹੋ, ਕਿਉਂਕਿ ਸੰਗਤ ਜੀ ਉਦੋਂ ਉਹਨਾਂ ਦੇ ਗੁਰੂ ਕ੍ਰਿਸ਼ਨ ਨਾ ਪੰਡਤਾਂ ਦੇ, ਤੁਸੀਂ ਹੀ ਕ੍ਰਿਸ਼ਨ ਹੋ, ਤੁਸੀਂ ਹੀ ਗੁਰੂ ਹੋ, ਤੇ ਤੁਸੀਂ ਹੁਣ ਮੇਰੇ ਤੇ ਕਿਰਪਾ ਕਰੋ। ਤੇ ਪਾਤਸ਼ਾਹ ਨੇ ਕਿਹਾ, ਪੰਡਤ ਜੀ ਤੁਸੀਂ ਪੰਡਤਾਂ ਦੇ ਕੁਲ 'ਚ ਪੈਦਾ ਹੋਏ ਹੋ, ਤੁਸੀਂ ਵਿਦਵਾਨ ਹੋ, ਤੇ ਤੁਸੀਂ ਦੂਸਰਿਆਂ ਨੂੰ ਪੜ੍ਹਾਇਆ ਕਰੋ, ਤੁਸੀਂ ਆਪਣਾ ਗਿਆਨ ਵੰਡੋ, ਔਰ ਗਿਆਨ ਵੰਡ ਕੇ ਜਦੋਂ ਤੱਕ ਤੁਸੀਂ ਨਾਮ ਨਹੀਂ ਜਪੋਗੇ ਨਾ, ਉਦੋਂ ਤੱਕ ਤੁਹਾਡੀ ਵਿਦਵਤਾ ਸਫਲ ਨਹੀਂ ਹੋਏਗੀ। ਪੰਡਿਤ ਜੀ ਨੇ ਆਪਣਾ ਜਨੇਊ ਉਤਾਰ ਕੇ ਪਾਤਸ਼ਾਹ ਦੇ ਚਰਨਾਂ 'ਚ ਰੱਖਤਾ। ਪਰ ਸੰਗਤ ਜੀ ਦੇਖੋ, ਸਾਡੇ ਗੁਰੂਆਂ ਨੇ ਦੂਸਰਿਆਂ ਦੇ ਧਰਮਾਂ ਨੂੰ ਵੀ ਇਕੁਅਲ ਰੱਖਿਆ ਹੈ। ਉਹਨਾਂ ਨੇ ਫਟਾਫਟ ਪੰਡਿਤ ਜੀ ਦਾ ਜਨੇਊ ਚੁੱਕ ਕੇ ਆਪਣੇ ਮੱਥੇ ਨੂੰ ਲਗਾਇਆ। ਕਿਆ ਪੰਡਿਤ ਜੀ, ਧਰਮ ਦੇ ਚਿੰਨ੍ਹ ਨੂੰ ਪੈਰਾਂ 'ਚ ਨਹੀਂ ਰੱਖੀਦਾ ਹੁੰਦਾ, ਇਹਨੂੰ ਤੁਸੀਂ ਪਾਓ ਔਰ ਤੁਸੀਂ ਇਹ ਗਿਆਨ ਵੰਡੋ। ਹੁਣ ਅਗਲੇ ਦਿਨ ਪਾਤਸ਼ਾਹ ਨੇ ਜਾਣਾ ਸੀ, ਚਾਲੇ ਪਾਣੇ ਸੀ ਦਿੱਲੀ ਵੱਲ ਨੂੰ। ਹੁਣ ਪੰਡਿਤ ਜੀ ਕਹਿਣ, ਪਾਤਸ਼ਾਹ ਮੈਂ ਵੀ ਤੁਹਾਡੇ ਨਾਲ ਚੱਲਣਾ ਹੈ। ਪੰਡਿਤ ਜੀ ਤੁਸੀਂ ਇੱਥੇ ਰਹੋ। ਨਹੀਂ ਪਾਤਸ਼ਾਹ, ਮੈਨੂੰ ਮਸਾ ਪੂਰਾ ਗੁਰੂ ਮਿਲਿਆ ਹੈ, ਮੈਂ ਵੀ ਤੁਹਾਡੇ ਨਾਲ ਚੱਲਣਾ ਹੈ। ਸੰਗਤ ਜੀ ਚਰਨ ਪਾਹੁਲ ਲੈ ਕੇ ਉਹ ਸਿੱਖ ਬਣਿਆ। ਜਦੋਂ ਹੁਣ ਦਿੱਲੀ ਪਹੁੰਚਣਾ ਸੀ, ਦਿੱਲੀ ਦੇ ਜਦੋਂ ਲਾਗੇ ਉੱਥੋਂ ਦੀ ਚਾਲੇ ਪਾ ਕੇ ਦਿੱਲੀ ਦੇ ਲਾਗੇ ਪਹੁੰਚੇ, ਤੇ ਮੰਤਰੀ ਕਹਿੰਦਾ ਹੈ, ਮੰਤਰੀ ਨੇ ਦੇਖਿਆ ਸੀ ਕਿ ਰਸਤੇ ਦੇ ਵਿੱਚ ਕਿਸ ਤਰ੍ਹਾਂ ਸੰਗਤ ਭੇਟਾਵਾਂ ਲੈ ਕੇ ਪਾਤਸ਼ਾਹ ਨੂੰ ਮਿਲਦੀ ਹੈ, ਪਾਤਸ਼ਾਹ ਦੇ ਦਰਸ਼ਨ ਕਰਦੀ ਹੈ, ਤੇ ਉਹ ਚਾਹੁੰਦਾ ਸੀ ਕਿ ਰਾਜਾ ਜੈ ਸਿੰਘ ਵੀ ਪਾਤਸ਼ਾਹ ਦਾ ਸਤਿਕਾਰ ਕਰੇ, ਪੂਰੇ ਨਮਰ ਹੋ ਕੇ, ਨੀਵਾਂ ਹੋ ਕੇ ਪਾਤਸ਼ਾਹ ਨੂੰ ਆਪ ਅੱਗੇ ਹੋ ਕੇ ਆ ਕੇ ਪਾਤਸ਼ਾਹ ਨੂੰ ਉਹ ਮਿਲੇ। ਤੇ ਉਹ ਰਾਤੀ ਜਦੋਂ ਦਿੱਲੀ ਦੇ ਕੋਲ ਪਹੁੰਚੇ, ਰਾਤੀ ਪੜਾਵ ਕੀਤਾ, ਤੇ ਮੰਤਰੀ ਨੇ ਕਿਹਾ, ਪਾਤਸ਼ਾਹ ਜੇ ਤੁਸੀਂ ਆਗਿਆ ਦਿਓ ਤੇ ਮੈਂ ਜੈ ਸਿੰਘ ਨੂੰ, ਮੈਂ ਰਾਜਾ ਨੂੰ ਜਾ ਕੇ ਇਤਲਾਹ ਕਰ ਦਾਂ, ਤਾਂ ਕਿ ਉਹ ਆਪ ਤੁਹਾਡੇ ਸਵਾਗਤ ਵਾਸਤੇ, ਤੁਹਾਡੇ ਸਤਿਕਾਰ ਵਾਸਤੇ ਆਪ ਅੱਗੇ ਆਏ। ਤੇ ਪਾਤਸ਼ਾਹ ਸੰਗਤ ਜੀ ਆਗਿਆ ਲੈ ਕੇ ਉਹ ਜਾਂਦਾ ਹੈ, ਔਰ ਜਾਣ ਤੋਂ ਪਹਿਲੇ ਮੰਤਰੀ ਨੂੰ ਵੀ ਪਾਤਸ਼ਾਹ ਕਹਿੰਦੇ ਨੇ ਇੱਕ ਗੱਲ, ਹੁਣ ਅਸੀਂ ਦਿੱਲੀ ਤੇ ਆ ਗਏ ਹਾਂ, ਇੱਕ ਗੱਲ ਜਾ ਕੇ ਜੈ ਸਿੰਘ ਨੂੰ ਕਹਿ ਦਿਓ ਕਿ ਔਰੰਗਜ਼ੇਬ ਸਾਡੇ ਮੱਥੇ ਨਹੀਂ ਲੱਗਣਾ ਚਾਹੀਦਾ, ਔਰ ਉਹ ਸਾਡੇ ਸਾਹਮਣੇ ਆਏ ਵੀ ਨਾ। ਅਸੀਂ ਹੁਣ ਦਿੱਲੀ ਆ ਗਏ ਹਾਂ ਤੇ ਇਹ ਜ਼ਿੰਮੇਵਾਰੀ ਪੂਰੀ ਰਾਜਾ ਜੈ ਸਿੰਘ ਦੇ ਉੱਤੇ ਹੈ ਕਿ ਉਹ ਕਿਸ ਤਰ੍ਹਾਂ ਔਰੰਗਜ਼ੇਬ ਦੇ ਨਾਲ ਡੀਲ ਕਰੇ, ਪਰ ਉਹ ਔਰੰਗਜ਼ੇਬ ਸਾਡੇ ਸਾਹਮਣੇ ਨਹੀਂ ਆਣਾ ਚਾਹੀਦਾ।
ਹੁਣ ਸੰਗਤ ਜੀ ਦਿੱਲੀ ਆ ਗਏ ਪਾਤਸ਼ਾਹ। ਰਾਜਾ ਜੈ ਸਿੰਘ ਪਾਤਸ਼ਾਹ ਨੂੰ ਆ ਕੇ ਮਿਲਦਾ ਹੈ, ਪੂਰੇ ਸਤਿਕਾਰ ਦੇ ਨਾਲ ਮਿਲਦਾ ਹੈ। ਔਰ ਜਦੋਂ ਉੱਥੇ ਇੱਕ ਨਿਵਾਸ ਸਥਾਨ ਬਣਾਇਆ ਹੋਇਆ ਹੁੰਦਾ ਹੈ ਪਾਤਸ਼ਾਹ ਨੂੰ, ਜਿੱਥੇ ਪਾਤਸ਼ਾਹ ਨੂੰ ਠਹਿਰਾਣਾ ਹੁੰਦਾ ਹੈ, ਪੂਰੀ ਉਹਨੇ ਮਰਿਆਦਾ ਦੇ ਨਾਲ ਪਾਤਸ਼ਾਹ ਦਾ ਆਸਨ ਸਜਾਇਆ ਹੁੰਦਾ ਹੈ, ਚੰਦੋਆ ਸਾਹਿਬ ਲਗਾਇਆ ਹੁੰਦਾ ਹੈ ਔਰ ਪੂਰੀ ਸੇਵਾ ਕਰਦਾ ਹੈ। ਹੁਣ ਔਰੰਗਜ਼ੇਬ ਨੂੰ ਵੀ ਦੱਸਣਾ ਪੈਣਾ ਹੈ ਕਿ ਪਾਤਸ਼ਾਹ ਦਿੱਲੀ ਆ ਗਏ ਨੇ। ਤੇ ਸੰਗਤ ਜੀ, ਔਰੰਗਜ਼ੇਬ ਨੂੰ ਵੀ ਰਾਜਾ ਜੈ ਸਿੰਘ ਪਾਤਸ਼ਾਹ ਕੋ ਆਗਿਆ ਲੈ ਕੇ ਕਿ ਪਾਤਸ਼ਾਹ ਹੁਣ ਮੈਨੂੰ ਤੇ ਔਰੰਗਜ਼ੇਬ ਨੂੰ ਮੈਂ ਦੱਸਾਂ ਵਾ, ਤੁਸੀਂ ਆਗਿਆ ਦਿਓ ਕਿ ਤੁਸੀਂ ਦਿੱਲੀ 'ਚ ਆ ਗਏ ਹੋ। ਸੰਗਤ ਜੀ, ਪਾਤਸ਼ਾਹ ਕੋ ਆਗਿਆ ਲੈ ਕੇ ਔਰੰਗਜ਼ੇਬ ਨੂੰ ਦੱਸਣ ਆਂਦਾ ਹੈ ਰਾਜਾ ਜੈ ਸਿੰਘ ਕਿ ਪਾਤਸ਼ਾਹ ਦਿੱਲੀ ਆ ਗਏ ਨੇ, ਪਰ ਪਾਤਸ਼ਾਹ ਤੈਨੂੰ ਦਰਸ਼ਨ ਨਹੀਂ ਦੇਣਗੇ। ਹੁਣ ਔਰੰਗਜ਼ੇਬ, ਪਾਤਸ਼ਾਹ ਵੀ ਦਿੱਲੀ ਹੈ, ਔਰੰਗਜ਼ੇਬ ਵੀ ਦਿੱਲੀ ਹੈ, ਬਹੁਤ ਸੰਗਤ ਆ ਰਹੀ ਹੈ, ਹਜ਼ਾਰਾਂ 'ਚ ਰੋਗੀ ਆਂਦੇ ਨੇ ਔਰ ਪਾਤਸ਼ਾਹ ਦੇ ਦਰਸ਼ਨ ਕਰਕੇ ਠੀਕ ਹੁੰਦੇ ਨੇ। ਮੰਜੇ ਤੇ ਰੋਗੀਆਂ ਨੂੰ ਪਾ ਕੇ ਲੈ ਕੇ ਆਂਦੇ ਨੇ ਔਰ ਰੋਗੀ ਵਾਪਸ ਆਪਣੇ ਪੈਰਾਂ ਤੇ ਤੁਰ ਕੇ ਜਾਂਦੇ ਨੇ। ਪਾਤਸ਼ਾਹ ਦੀ ਕੀਰਤੀ ਫੈਲ ਰਹੀ ਹੈ, ਹਜ਼ਾਰਾਂ ਦੇ ਤਾਦਾਦ ਵਿੱਚ ਸੰਗਤ ਆਂਦੀ ਹੈ। ਪਾਤਸ਼ਾਹ ਦੀ ਦਇਆ ਦ੍ਰਿਸ਼ਟੀ ਦੇ ਨਾਲ ਸਾਰੇ ਠੀਕ ਹੋ ਕੇ ਵਾਪਸ ਜਾਂਦੇ ਨੇ। ਚਾਰੋਂ ਪਾਸੇ ਕੀਰਤੀ ਫੈਲ ਰਹੀ ਹੈ, ਪਾਤਸ਼ਾਹ ਦੀ ਜਸ ਫੈਲ ਰਿਹਾ ਹੈ। ਹੁਣ ਕੰਨਾਂ 'ਚ ਆਵਾਜ਼ ਗਈ ਔਰੰਗਜ਼ੇਬ ਦੇ ਵੀ ਕਿ ਬੜੀ ਸਿਫਤ ਸਲਾਹ ਹੋ ਰਹੀ ਹੈ। ਜਿਹੜਾ ਦਰਬਾਰ 'ਚ ਆਂਦਾ ਹੈ ਔਰੰਗਜ਼ੇਬ ਦੇ, ਉਹੀ ਕਹਿੰਦਾ ਹੈ ਫਲਾਣਾ ਬੰਦਾ ਉੱਥੇ ਰੋਗੀ ਗਿਆ ਸੀ, ਠੀਕ ਹੋ ਗਿਆ, ਫਲਾਣਾ ਬੰਦਾ ਗਿਆ ਸੀ ਰੋਗੀ, ਉੱਥੇ ਪਾਤਸ਼ਾਹ ਦੇ ਦਰਸ਼ਨਾਂ ਦੇ ਨਾਲ ਹੀ ਠੀਕ ਹੋ ਗਿਆ। ਉਹਨਾਂ ਦੇ ਬਚਨਾਂ ਦੇ ਵਿੱਚ ਇੰਨਾ ਬਲ ਹੈ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਇੰਨਾ ਬਲ ਹੈ ਕਿ ਜਿਹੜਾ ਵੀ ਉਹਨਾਂ ਦੇ ਦਰਸ਼ਨ ਕਰਦਾ ਹੈ ਠੀਕ ਹੋ ਜਾਂਦਾ ਹੈ। ਇੰਨੀ ਸਿਫਤ ਸਲਾਹ ਸੁਣ ਕੇ ਔਰੰਗਜ਼ੇਬ, ਸੰਗਤ ਜੀ, ਇਹਦੇ ਵੀ ਮਨ 'ਚ ਇੱਛਾ ਆਂਦੀ ਹੈ ਕਿ ਮੈਂ ਵੀ ਐਸੇ ਗੁਰੂ ਦੇ ਦਰਸ਼ਨ ਕਰਾਂ। ਹੁਣ ਇਹ ਜੁਗਤੀਆਂ ਬਣਾਉਂਦਾ ਹੈ ਕਿ ਮੈਂ ਕਿਸ ਤਰ੍ਹਾਂ ਦਰਸ਼ਨ ਕਰਾਂ। ਆਪਣੇ ਵਜ਼ੀਰ ਨੂੰ ਭੇਜਦਾ ਹੈ। ਜਦੋਂ ਵਜ਼ੀਰ ਨੂੰ ਭੇਜਦਾ ਹੈ ਤੇ ਪਾਤਸ਼ਾਹ ਵਜ਼ੀਰ ਨੂੰ ਵੀ ਮਿਲਦੇ ਨੇ, ਪਰ ਆਪਣੇ ਔਰ ਵਜ਼ੀਰ ਦੇ ਵਿੱਚ ਪਰਦਾ ਲਗਾ ਕੇ ਮਿਲਦੇ ਨੇ। ਕਿਉਂ? ਕਿਉਂਕਿ ਵਜ਼ੀਰ ਨੂੰ ਵੀ ਪਾਤਸ਼ਾਹ ਨੇ ਦਰਸ਼ਨ ਨਹੀਂ ਦੇਣੇ। ਔਰ ਵਜ਼ੀਰ ਨੂੰ ਕਹਿੰਦੇ ਨੇ ਪਾਤਸ਼ਾਹ ਕਿ ਔਰੰਗਜ਼ੇਬ ਨੂੰ ਕਹੋ ਕਿ ਬਾਬਾ ਰਾਮ ਰਾਏ ਜੀ ਤੁਹਾਡੇ ਕੋਲ ਹੈਗੇ ਨੇ, ਤੁਸੀਂ ਤੇ ਕਰਾਮਾਤਾਂ ਦੇਖਣੀਆਂ ਨੇ ਨਾ, ਤੇ ਰਾਮ ਰਾਏ ਜੀ ਤੁਹਾਨੂੰ ਕਰਾਮਾਤਾਂ ਕਰਕੇ ਦਿਖਾ ਰਹੇ ਨੇ, ਤੇ ਤੁਸੀਂ ਉਹਨਾਂ ਨਾਲ ਮਿਲੋ ਵਰਤੋ, ਪਰ ਅਸੀਂ ਤੁਹਾਨੂੰ ਦਰਸ਼ਨ ਨਹੀਂ ਦੇਣੇ ਤੇ ਨਾ ਹੀ ਤੁਸੀਂ ਸਾਡੇ ਕੁਝ ਕੋਸ਼ਿਸ਼ ਕਰੋ, ਜੁਗਤੀਆਂ ਬਣਾਓ, ਨਾ ਕਿ ਤੁਸੀਂ ਸਾਡੀ ਕੋਈ ਕੋਸ਼ਿਸ਼ ਨਾ ਕਰੋ ਸਾਡੇ ਤੁਸੀਂ ਦਰਸ਼ਨ ਕਰਨ ਵਾਸਤੇ। ਪਰ ਔਰੰਗਜ਼ੇਬ ਨਹੀਂ ਮੰਨਦਾ। ਜਦੋਂ ਇਹ ਵਜ਼ੀਰ ਜਾ ਕੇ ਦੱਸਦਾ ਹੈ ਕਿ ਉਹਨਾਂ ਨੇ ਆਗਿਆ ਨਹੀਂ ਦਿੱਤੀ ਦਰਸ਼ਨਾਂ ਵਾਸਤੇ, ਜੈ ਸਿੰਘ ਨੂੰ ਕਹਿੰਦਾ ਮੈਂ ਸਿਫਤਾਂ ਸੁਣ ਰਿਹਾ ਹਾਂ, ਉਹਨਾਂ ਦੇ ਬਹੁਤ ਚਾਰੋਂ ਪਾਸੇ ਸਿਫਤ ਸਲਾਹ ਹੋ ਰਹੀ ਹੈ, ਤੇ ਹੁਣ ਮੇਰੇ ਮਨ 'ਚ ਛਲ ਨਹੀਂ ਹੈ ਜੈ ਸਿੰਘ, ਹੁਣ ਮੇਰੇ ਮਨ 'ਚ ਸ਼ਰਧਾ ਹੈ, ਹੁਣ ਤੂੰ ਮੈਨੂੰ ਕਿਸੇ ਤਰ੍ਹਾਂ ਦਰਸ਼ਨ ਕਰਾ ਦੇ। ਤੇ ਜੈ ਸਿੰਘ ਕਹਿੰਦਾ ਹੁਣ ਤੇ ਕੋਈ ਸੁੱਚੀ ਰੂਹ ਹੀ ਤੁਹਾਨੂੰ ਦਰਸ਼ਨ ਕਰਾ ਸਕਦੀ ਹੈ। ਤੇ ਜਦੋਂ ਇਹ ਗੱਲਾਂ ਚੱਲ ਰਹੀਆਂ ਸੀ, ਹੁਣ ਸੁੱਚੀ ਰੂਹ ਕਿਹੜੀ ਹੋ ਸਕਦੀ ਹੈ ਸੰਗਤ ਜੀ? ਜਾਂ ਤੇ ਬੜੇ ਕੋਈ ਵੱਡਾ ਮਹਾਂਪੁਰਖ ਹੋਏ ਜਾਂ ਕੋਈ ਬੱਚਾ ਹੋਵੇ। ਔਰੰਗਜ਼ੇਬ ਆਪਣੇ ਜਦੋਂ ਬੇਟੇ ਨੂੰ ਦੇਖਦਾ ਹੈ, ਸ਼ਹਿਜ਼ਾਦੇ ਨੂੰ, ਉਹ ਕਹਿੰਦਾ ਹੈ ਮੇਰਾ ਸ਼ਹਿਜ਼ਾਦਾ ਤੇ ਪਾਤਸ਼ਾਹ ਦੀ ਉਮਰ ਦਾ ਹੈ। ਆਪਣੇ ਸ਼ਹਿਜ਼ਾਦੇ ਨੂੰ ਉਹ ਤਿਆਰ ਕਰਦਾ ਹੈ ਕਿ ਤੂੰ ਜਾ, ਮੇਰੇ ਵੱਲੋਂ ਬੇਨਤੀ ਕਰ, ਨਾਲੇ ਤੇ ਤੂੰ ਦਰਸ਼ਨ ਕਰ, ਨਾਲੇ ਬੇਨਤੀ ਕਰ ਕਿ ਮੇਰਾ ਪਿਤਾ ਬੜਾ ਹੀ ਤੁਹਾਡੇ ਦਰਸ਼ਨਾਂ ਨੂੰ ਉਲੋਚ ਰਿਹਾ ਹੈ। ਤੇ ਸੰਗਤ ਜੀ, ਔਰੰਗਜ਼ੇਬ ਦਾ ਸ਼ਹਿਜ਼ਾਦਾ ਜਾਂਦਾ ਹੈ। ਸ਼ਹਿਜ਼ਾਦਾ ਜਦੋਂ ਉੱਥੇ ਜਾਂਦਾ ਹੈ ਤੇ ਪਾਤਸ਼ਾਹ ਜਦੋਂ ਸ਼ਹਿਜ਼ਾਦੇ ਨੂੰ ਮਿਲਦਾ ਹੈ, ਪਾਤਸ਼ਾਹ ਜਦੋਂ ਮਿਲਦੇ ਨੇ ਤੇ ਇਸ ਟਾਈਮ ਤੇ ਪਾਤਸ਼ਾਹ ਵਿੱਚ ਕੋਈ ਪਰਦਾ ਨਹੀਂ ਕਰਦੇ। ਸ਼ਹਿਜ਼ਾਦੇ ਨੂੰ ਮਿਲਦੇ ਨੇ ਔਰ ਸ਼ਹਿਜ਼ਾਦੇ ਨੂੰ ਕਹਿੰਦੇ ਨੇ ਕਿ ਦੇਖ ਤੂੰ ਆਪਣੇ ਪਿਤਾ ਨੂੰ ਕਹੀ ਕਿ ਅਸੀਂ ਉਹਨੂੰ ਦਰਸ਼ਨ ਨਹੀਂ ਦੇਣੇ। ਸੋਚਦਾ ਹੈ ਕਿ ਮੇਰੇ ਪਿਤਾ ਨੂੰ ਤੇ ਰਾਜਾ ਨੂੰ ਤੇ ਸਭ ਮਿਲਣ ਵਾਸਤੇ
ਤਿਆਰ ਰਹਿੰਦੇ ਨੇ, ਸਾਰੇ ਮਿਲਣ ਵਾਸਤੇ ਸੋਚਦੇ ਰਹਿੰਦੇ ਨੇ। ਔਰ ਇਹ ਗੁਰੂ ਸਾਹਿਬਾਨ ਨੇ ਕਿ ਜੋ ਮੇਰਾ ਪਿਤਾ ਇਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਔਰ ਇਹ ਆਗਿਆ ਨਹੀਂ ਦੇ ਰਹੇ, ਉਹਨੂੰ ਵੀ ਆਗਿਆ ਨਹੀਂ ਦਿੱਤੀ, ਵਾਪਸ ਆ ਗਿਆ। ਫਿਰ ਉਹਨੇ ਹੋਰ ਜੈ ਸਿੰਘ ਦੇ ਫਿਰ ਮਨ ਦੇ ਵਿੱਚ ਸ਼ੰਕਾ ਪਾ ਦਿੱਤੀ ਔਰੰਗਜ਼ੇਬ ਨੇ। ਇਸ ਸਾਖੀ ਤੋਂ ਵੀ ਸੰਗਤ ਜੀ ਆਪ ਬੜੇ ਇਹ ਪ੍ਰਚਲਿਤ ਸਾਖੀ ਹੈ ਕਿ ਔਰੰਗਜ਼ੇਬ ਨੇ ਜੈ ਸਿੰਘ ਦੇ ਮਨ 'ਚ ਸ਼ੰਕਾ ਪਾ ਦਿੱਤੀ ਕਿ ਉਹ ਤੂੰ ਵੀ ਉਹਨਾਂ ਦੀ ਸੁਣੀਆਂ ਸੁਣਾਈਆਂ ਸਿਫਤਾਂ ਕਰ ਰਿਹਾ ਹਾਂ, ਤੂੰ ਉਹਨਾਂ ਨੂੰ ਪਰਖਿਆ ਵੀ ਹੈ ਕਿ ਉਹ ਵਾਕਈ 'ਚ ਹੀ ਗੁਰੂ ਨੇ। ਹੁਣ ਤੇ ਉਹ ਦਿੱਲੀ ਆਏ ਹੈ ਤੇ ਤੂੰ ਉਹਨਾਂ ਨੂੰ ਪਰਖ। ਸੰਗਤ ਜੀ ਸ਼ੰਕਾ ਨੇ ਵੀ ਉਹਦੇ ਮਨ ਦੇ ਵਿੱਚ ਮੈਲ ਭਰਤੀ। ਉਹ ਵੀ ਔਰੰਗਜ਼ੇਬ ਦੀਆਂ ਗੱਲਾਂ 'ਚ ਆ ਗਿਆ ਕਿਉਂਕਿ ਉਹ ਔਰੰਗਜ਼ੇਬ ਦੇ ਨਾਲ ਵੀ ਨਹੀਂ ਵਿਗਾੜਨਾ ਚਾਹੁੰਦਾ ਸੀ ਜੈ ਸਿੰਘ। ਫਿਰ ਪਟਰਾਨੀ ਨੂੰ ਦਾਸੀ ਬਣਾ ਕੇ ਪਟਰਾਨੀ ਨੂੰ ਬਿਠਾਤਾ ਔਰ ਪਾਤਸ਼ਾਹ ਨੂੰ ਜਾ ਕੇ ਬੇਨਤੀ ਕਰਦਾ ਹੈ ਕਿ ਮੇਰੀ ਰਾਣੀਆਂ ਆਪ ਜੀ ਦੀ ਦਰਸ਼ਨ ਵਾਸਤੇ ਮੇਰੀਆਂ ਰਾਣੀਆਂ ਬਹੁਤ ਉਤਸੁਕ ਨੇ ਤੇ ਪਾਤਸ਼ਾਹ ਚੱਲੋ ਮੇਰੀ ਉੱਥੇ ਮੇਰੇ ਮਹਿਲ ਨੂੰ ਵੀ ਪਵਿੱਤਰ ਕਰੋ ਔਰ ਰਾਣੀਆਂ ਨੂੰ ਵੀ ਦਰਸ਼ਨ ਦੇਵੋ। ਸੰਗਤ ਜੀ ਜਾਣੀ ਜਾਣ ਪਾਤਸ਼ਾਹ ਜਾਣਾ ਨਹੀਂ ਚਾਹੁੰਦੇ ਸੀ, ਪਰ ਪਾਤਸ਼ਾਹ ਸੋਚਦੇ ਨੇ ਕਿ ਜੋ ਕੰਮ ਅਸੀਂ ਕਰਨਾ ਨਹੀਂ ਚਾਹੁੰਦੇ ਇਹ ਦੁਨੀਆ ਸਾਡੇ ਤੋਂ ਉਹੀ ਕੰਮ ਕਰਾਉਣਾ ਚਾਹੁੰਦੀ ਹੈ। ਪਾਤਸ਼ਾਹ ਜਾਂਦੇ ਨੇ ਮਹਿਲਾਂ 'ਚ, ਛੜੀ ਰੱਖਦੇ ਨੇ ਸਾਰਿਆਂ ਦੇ ਸਿਰ ਤੇ, ਇਹ ਪਟਰਾਨੀ ਨਹੀਂ, ਇਹ ਦਾਸੀ ਹੈ, ਇਹ ਦਾਸੀ ਹੈ, ਇਹ ਦਾਸੀ ਹੈ, ਇਹ ਰਾਣੀ ਹੈ, ਪਟਰਾਨੀ ਨਹੀਂ। ਔਰ ਜਦੋਂ ਪਟਰਾਨੀ ਦੇ ਕੋਲ ਜਾਂਦੇ ਨੇ ਤੇ ਪਟਰਾਨੀ ਨੂੰ ਕਹਿੰਦੇ ਨੇ, ਪਟਰਾਨੀ ਪਰਮਾਤਮਾ ਦਾ ਸ਼ੁਕਰ ਕਰ ਤੈਨੂੰ ਪਟਰਾਨੀ ਬਣਾ ਕੇ ਉਹਨੇ ਇੱਥੇ ਭੇਜਿਆ ਹੈ ਤੇ ਤੂੰ ਆਪਣੀ ਪਟਰਾਨੀਆ ਤੂੰ ਰਾਣੀ ਬਣ ਕੇ ਰਹਿ, ਤੂੰ ਉਹਦਾ ਆਨੰਦ ਮਾਣ, ਤੂੰ ਦਾਸੀ ਬਣ ਕੇ ਬੈਠੀ ਹੋਈ ਹੈ। ਔਰ ਰੱਬ ਨਾ ਕਰੇ ਜੇ ਤੈਨੂੰ ਦਾਸੀ ਦੇ ਤੈਨੂੰ ਜਨਮ ਦੇਤਾ, ਦਾਸੀ ਬਣਾ ਕੇ ਤੈਨੂੰ ਜਨਮ ਦੇ ਦਿੱਤਾ ਤੇ ਤੂੰ ਕੀ ਕਰੇਂਗੀ। ਸੰਗਤ ਜੀ ਉਹ ਆਪਣੀ ਭੁੱਲ ਬਖਸ਼ਾਉਂਦੇ ਨੇ, ਪਰ ਪਾਤਸ਼ਾਹ ਕਹਿੰਦੇ ਗਲਤੀ ਤੇ ਤੁਸੀਂ ਕੀਤੀ ਹੈ। ਔਰ ਪਾਤਸ਼ਾਹ ਕਹਿੰਦੇ ਨੇ ਕਿ ਤੁਹਾਡੇ ਘਰ ਸੰਤਾਨ ਨਹੀਂ ਹੋਏਗੀ। ਸੰਗਤ ਜੀ ਇਹਦੇ ਦੇਖੋ ਉਹ ਕਰਨਾ ਚਾਹੁੰਦੇ ਸੀ ਸੇਵਾ ਕਿ ਸਾਡੇ ਘਰ ਸੰਤਾਨ ਹੋਏ, ਪਰ ਜੋ ਉਹਨਾਂ ਨੇ ਗਲਤੀ ਕੀਤੀ ਪਾਤਸ਼ਾਹ ਨੇ ਕਿਹਾ ਤੁਹਾਡੇ ਘਰ ਤੁਹਾਨੂੰ ਸੰਤਾਨ ਦਾ ਸੁਖ ਪ੍ਰਾਪਤ ਨਹੀਂ ਹੈ। ਪਰ ਜੈ ਸਿੰਘ ਥੋੜਾ ਉਹਨੇ ਸਿਆਣਪ ਦਿਖਾਈ, ਉਸੇ ਸਮੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗਿਰ ਗਿਆ ਕਿ ਪਾਤਸ਼ਾਹ ਸਾਡੇ ਤੋਂ ਬੜੀ ਵੱਡੀ ਭੁੱਲ ਹੋਈ ਹੈ, ਸਾਡੇ ਤੋਂ ਬੜੀ ਵੱਡੀ ਭੁੱਲ ਹੋਈ ਹੈ, ਪਾਤਸ਼ਾਹ ਸਾਨੂੰ ਬਖਸ਼ ਦਿਓ, ਸਾਨੂੰ ਬਖਸ਼ ਦਿਓ। ਬਹੁਤ ਤਰਲੇ ਮਿੰਨਤਾਂ ਕਰਦੇ ਨੇ ਪਾਤਸ਼ਾਹ ਗੁਰੂ ਤੇ ਤੁਸੀਂ ਤੇ ਸਾਡੇ ਪਿਤਾ ਹੋ, ਗੁਰੂ ਤੇ ਸਾਡਾ ਪਿਤਾ ਹੁੰਦਾ ਹੈ, ਅਸੀਂ ਤੇ ਭੁੱਲਣਹਾਰ ਹਾਂ ਪਾਤਸ਼ਾਹ, ਅਸੀਂ ਤੇ ਤੁਹਾਡੇ ਬਾਲਕ ਹਾਂ ਤੇ ਪਾਤਸ਼ਾਹ ਤੁਸੀਂ ਸਾਨੂੰ ਬਖਸ਼ ਦਿਓ। ਬਹੁਤ ਰਾਣੀ ਵੀ ਬਹੁਤ ਮਿੰਨਤਾਂ ਕਰਦੀ ਹੈ, ਰੋਂਦੀ ਹੈ। ਫਿਰ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਠੀਕ ਹੈ ਤੁਹਾਡੇ ਘਰ ਸੰਤਾਨ ਹੋਏਗੀ ਔਰ ਤੁਹਾਡੇ ਕਾਫੀ ਸਮੇਂ ਤੱਕ ਰਾਜ ਰਾਣੀ ਦਾ ਰਹੇਗਾ ਔਰ ਉਸ ਤੋਂ ਕਾਫੀ ਸਮੇਂ ਦੇ ਬਾਅਦ ਤੁਹਾਡੇ ਫਿਰ ਇਹ ਪੁੱਤਰ ਦਾ ਰਾਜ ਹੋਏਗਾ, ਰਾਜਾ ਰਾਜ ਕਰੇਗਾ। ਔਰ ਫਿਰ ਸੰਗਤ ਜੀ ਚਰਨ ਪੌਹਲ ਦੇ ਕੇ ਪਾਤਸ਼ਾਹ ਰਾਜਾ ਜੈ ਸਿੰਘ ਵੀ ਸਿੱਖ ਬਣਦਾ ਹੈ, ਰਾਣੀ ਵੀ ਚਰਨ ਪੌਹਲ ਲੈਂਦੀ ਹੈ ਔਰ ਆਪਣੀ ਭੁੱਲ ਬਖਸ਼ਵਾਉਂਦੇ ਨੇ। ਜਦੋਂ ਪਾਤਸ਼ਾਹ ਉੱਥੋਂ ਤੁਰਦੇ ਨੇ ਆਪਣੇ ਸਥਾਨ ਤੇ ਜਾਣ ਵਾਸਤੇ ਤੇ ਪਾਤਸ਼ਾਹ ਰਸਤੇ 'ਚ ਸੋਚਦੇ ਨੇ ਕਿ ਇਹ ਖਬਰ ਵੀ ਹੁਣ ਔਰੰਗਜ਼ੇਬ ਦੇ ਕੋਲ ਜਾਏਗੀ ਤੇ ਕਿ ਪਟਰਾਨੀ ਨੂੰ ਪਛਾਣ ਲਿਆ ਹੈ ਔਰ ਹੁਣ ਉਹਦੀ ਸ਼ਰਧਾ ਹੋਰ ਵੱਧ ਜਾਣੀ ਹੈ ਤੇ ਔਰੰਗਜ਼ੇਬ ਨੇ ਸਾਨੂੰ ਸਾਡੇ ਪਿੱਛੇ ਹੀ ਰਹਿਣਾ ਹੈ ਜਦੋਂ ਤੱਕ ਉਹ ਅਸੀਂ ਉਹਨੂੰ ਦਰਸ਼ਨ ਨਹੀਂ ਦੇਵਾਂਗੇ। ਤੇ ਸੰਗਤ ਜੀ ਪਾਤਸ਼ਾਹ ਰਸਤੇ 'ਚ ਜਾਂਦੇ ਸੋਚਦੇ ਨੇ ਕਿ ਹੁਣ ਸਾਨੂੰ ਸਾਡੇ ਸਰੀਰ ਛੱਡਣ ਦਾ, ਸਰੀਰ ਤਿਆਗਣ ਦਾ ਸਮੇਂ ਆ ਗਿਆ ਹੈ, ਨਹੀਂ ਤੇ ਇੰਨੇ ਸਾਡੇ ਪਿੱਛੇ ਹੀ ਪਏ ਰਹਿਣਾ ਹੈ, ਸਾਡੇ ਦਰਸ਼ਨਾਂ ਵਾਸਤੇ ਇੰਨੇ ਕੋਈ ਨਾ ਕੋਈ ਇਹਨੇ
ਉਪਾਏ ਬਣਾਉਂਦਾ ਰਹਿਣਾ ਹੈ। ਤੇ ਸੰਗਤ ਜੀ, ਜਦੋਂ ਪਾਤਸ਼ਾਹ ਰਾਜਾ ਜੈ ਸਿੰਘ ਦੇ ਘਰੋਂ ਮਹਿਲ ਤੋਂ ਵਾਪਸ ਆਪਣੇ ਸਥਾਨ ਤੇ ਜਾਂਦੇ ਨੇ, ਜਦੋਂ ਅਗਲੇ ਦਿਨ ਸਵੇਰੇ ਉੱਠਦੇ ਨੇ, ਪਾਤਸ਼ਾਹ ਇਸ਼ਨਾਨ ਕਰਦੇ ਨੇ ਔਰ ਜਦੋਂ ਦਰਬਾਰ 'ਚ ਆਉਂਦੇ ਨੇ, ਰਬਾਬੀ ਕੀਰਤਨ ਕਰ ਰਹੇ ਹੁੰਦੇ ਨੇ, ਪਾਤਸ਼ਾਹ ਆਸਨ ਤੇ ਜਦੋਂ ਆ ਕੇ ਬੈਠਦੇ ਨੇ, ਤੇ ਅੱਜ ਪਾਤਸ਼ਾਹ ਨੇ ਛੋਟੀ ਦਸਤਾਰ ਸਜਾਈ ਹੈ ਔਰ ਉੱਪਰ ਪਾਤਸ਼ਾਹ ਨੇ ਚਿੱਟੇ ਚਾਦਰ ਦੀ ਬੁੱਕਲ ਮਾਰੀ ਹੈ। ਪਾਤਸ਼ਾਹ ਨੂੰ ਅੱਜ ਤਾਪ ਹੈ ਸਰੀਰ ਤੇ, ਅੱਜ ਸਰੀਰ ਨੂੰ ਖੇਚਲ ਹੈ। ਹੁਣ ਪਾਤਸ਼ਾਹ ਕੀਰਤਨ ਦੇ ਵਿੱਚ ਹੀ ਪਾਤਸ਼ਾਹ ਸਭਾ ਦੇ ਵਿੱਚ ਹੀ ਪਾਤਸ਼ਾਹ ਚੱਦਰ ਲੈ ਕੇ ਲੇਟ ਜਾਂਦੇ ਨੇ। ਸਿੱਖ ਜਾ ਕੇ ਮਾਤਾ ਜੀ ਨੂੰ ਦੱਸਦੇ ਨੇ, ਕਿਉਂਕਿ ਮਾਤਾ ਜੀ ਵੀ ਆਏ ਹੁੰਦੇ ਨੇ, ਮਾਤਾ ਜੀ ਨੂੰ ਦੱਸਦੇ ਨੇ ਕਿ ਪਾਤਸ਼ਾਹ ਅੱਜ ਕੀਰਤਨ ਚੱਲਦੇ ਹੋਏ ਹੀ ਪਾਤਸ਼ਾਹ ਅੱਜ ਲੰਮੇ ਪੈ ਗਏ। ਮਾਤਾ ਜੀ ਜਾਣਦੇ ਨੇ, ਪਾਤਸ਼ਾਹ ਚੱਦਰ ਲੈ ਕੇ ਲੇਟੇ ਹੁੰਦੇ ਨੇ। ਮਾਤਾ ਜੀ ਉਹਨਾਂ ਨੂੰ ਮੁਖੜੇ ਤੋਂ ਚੱਦਰ ਨਹੀਂ ਹਟਾਉਂਦੇ, ਪਰ ਜਦੋਂ ਉਹਨਾਂ ਦੇ ਚਰਨ ਨੂੰ ਸਪਰਸ਼ ਕਰਦੇ ਨੇ ਤੇ ਮਾਤਾ ਜੀ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੇ ਸਰੀਰ ਤੇ ਖੇਚਲ ਹੈ, ਅੱਜ ਉਹਨਾਂ ਨੂੰ ਤਾਪ ਹੈ। ਤੇ ਮਾਤਾ ਜੀ ਬੇਨਤੀ ਕਰਦੇ ਨੇ, ਕਹਿੰਦੇ ਪਾਤਸ਼ਾਹ ਇਹ ਤੁਸੀਂ ਖੇਡ ਰਚੀ ਹੈ, ਇਹ ਤੁਸੀਂ ਕੀ ਖੇਡ ਰਚੀ ਹੈ? ਤੁਹਾਡੀ ਤੇ ਇੱਕ ਦ੍ਰਿਸ਼ਟੀ ਦੇ ਨਾਲ ਲੋਕਾਂ ਦੇ ਰੋਗ ਠੀਕ ਹੁੰਦੇ ਨੇ, ਇਹ ਤੁਸੀਂ ਆਪਣੇ ਸਰੀਰ ਨੂੰ ਕੀ ਰੋਗ ਲਗਾ ਲਿਆ? ਤੁਸੀਂ ਆਪਣੇ ਸਰੀਰ ਤੇ ਤਾਪ ਕਿਉਂ ਚੜਾ ਲਿਆ? ਤੇ ਸੰਗਤ ਜੀ, ਪਾਤਸ਼ਾਹ ਕੁਝ ਮੁਖ ਤੋਂ ਨਹੀਂ ਬੋਲਦੇ, ਕਿਉਂਕਿ ਪਾਤਸ਼ਾਹ ਸੋਚਦੇ ਨੇ ਕਿ ਔਰੰਗਜ਼ੇਬ ਕੁਝ ਨਾ ਕੁਝ ਹੀ ਲਵਸੀਲਾ ਕਰੇਗਾ, ਉਹ ਸਾਡੇ ਦਰਸ਼ਨਾਂ ਵਾਸਤੇ ਆਏਗਾ। ਤੇ ਪਾਤਸ਼ਾਹ ਮਾਤਾ ਜੀ ਨੂੰ ਕਹਿੰਦੇ ਨੇ ਕਿ ਸਿੱਖਾਂ ਨੂੰ ਕਹੋ ਅਸੀਂ ਇੱਥੋਂ ਦੀ ਹੁਣ ਚਾਲੇ ਪਾਣੇ ਨੇ, ਅਸੀਂ ਹੁਣ ਇੱਥੇ ਨਹੀਂ, ਇੱਥੇ ਅਸੀਂ ਹੁਣ ਸਾਡਾ ਰਹਿਣ ਨੂੰ ਦਿਲ ਨਹੀਂ ਕਰਦਾ। ਮਾਤਾ ਜੀ ਆ ਕੇ ਸਿੱਖਾਂ ਨੂੰ ਬਾਹਰ ਕਹਿੰਦੇ ਨੇ ਕਿ ਪਾਤਸ਼ਾਹ ਇੱਥੋਂ ਦੀ ਜਾਣਾ ਚਾਹੁੰਦੇ ਨੇ ਤੇ ਪਾਲਕੀ ਤਿਆਰ ਕਰੋ। ਸੰਗਤ ਜੀ, ਪਾਤਸ਼ਾਹ ਆ ਕੇ ਪਾਲਕੀ 'ਚ ਬੈਠਦੇ ਨੇ ਤੇ ਉੱਥੋਂ ਦੀ ਚਾਲੇ ਪਾਉਂਦੇ ਨੇ ਸਿੱਖਾਂ ਦੇ ਨਾਲ। ਜਦੋਂ ਤੁਰਦੇ ਦਿੱਲੀ ਤੋਂ ਅੱਗੇ ਨਿਕਲਦੇ ਨੇ, ਬਾਹਰ ਨਿਕਲਦੇ ਨੇ, ਤੇ ਅੱਗੇ ਜਾ ਕੇ ਪਾਤਸ਼ਾਹ ਇੱਕ ਸਥਾਨ ਦੇਖਦੇ ਨੇ, ਇੱਕ ਮੰਦਿਰ ਦੇਖਦੇ ਨੇ, ਉਹਦੇ ਕੋਲ ਇੱਕ ਕਮਰਾ ਹੁੰਦਾ ਹੈ। ਪਾਤਸ਼ਾਹ ਉੱਥੇ ਜਾ ਕੇ ਰੁਕਦੇ ਨੇ ਔਰ ਕਮਰੇ ਦਾ ਦਰਵਾਜ਼ਾ ਬੰਦ ਕਰ ਲੈਂਦੇ ਨੇ। ਬਾਹਰ ਸੰਗਤਾਂ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਬੈਠੀਆਂ ਨੇ, ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦੀਆਂ ਨੇ। ਉਧਰ ਜੈ ਸਿੰਘ ਨੂੰ ਪਤਾ ਚੱਲਦਾ ਹੈ ਕਿ ਪਾਤਸ਼ਾਹ ਤੇ ਅਚਾਨਕ ਉੱਥੋਂ ਦੀ ਬਿਨਾਂ ਦੱਸੇ ਪਾਤਸ਼ਾਹ ਚਲੇ ਗਏ। ਉਹ ਸੋਚਦਾ ਹੈ ਮੇਰੇ ਤੋਂ ਕੀ ਭੁੱਲ ਹੋ ਗਈ। ਉਹ ਉਸੇ ਮੰਤਰੀ ਨੂੰ ਹੀ ਭੇਜਦਾ ਹੈ ਪਾਤਸ਼ਾਹ ਦੇ ਪਿੱਛੇ ਕਿ ਤੂੰ ਜਾ ਕੇ ਪਤਾ ਕਰ ਕਿ ਪਾਤਸ਼ਾਹ ਸਾਡੇ ਤੋਂ ਕੀ ਗਲਤੀ ਹੋ ਗਈ ਜੋ ਪਾਤਸ਼ਾਹ ਸਾਨੂੰ ਬਿਨਾਂ ਦੱਸੇ ਹੀ ਇੱਥੋਂ ਦੀ ਚਲੇ ਗਏ। ਮੰਤਰੀ ਜਾਂਦਾ ਹੈ, ਪੁੱਛਾਂਦਾ ਜਾਂਦਾ ਹੈ ਕਿ ਪਾਤਸ਼ਾਹ ਕਿੱਧਰ ਚਲੇ ਗਏ। ਤੇ ਜਦੋਂ ਤੱਕ ਉਹ ਉੱਥੇ ਪਹੁੰਚਦਾ ਹੈ, ਪਾਤਸ਼ਾਹ ਬਾਹਰ ਆ ਕੇ ਸੰਗਤਾਂ ਦੇ ਵਿੱਚ ਬੈਠੇ ਹੁੰਦੇ ਨੇ। ਆ ਕੇ ਮੰਤਰੀ ਉਹਨਾਂ ਨੂੰ ਮੱਥਾ ਟੇਕਦਾ ਹੈ ਔਰ ਕਹਿੰਦਾ ਹੈ, ਪਾਤਸ਼ਾਹ ਰਾਜਾ ਜੈ ਸਿੰਘ ਤੇ ਬੜੇ ਚਿੰਤਿਤ ਨੇ ਕਿ ਤੁਸੀਂ ਬਿਨਾਂ ਦੱਸੇ ਆ ਗਏ, ਉਹਨਾਂ ਤੋਂ ਕੀ ਗਲਤੀ ਹੋ ਗਈ ਹੈ? ਪਾਤਸ਼ਾਹ ਕੁਝ ਨਹੀਂ ਕਹਿੰਦੇ। ਪਾਤਸ਼ਾਹ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ। ਪਾਤਸ਼ਾਹ ਕਹਿੰਦੇ ਨੇ ਕਿ ਉਹ ਪਾਤਸ਼ਾਹ ਸਿਰਫ ਗੱਲਾਂ 'ਚ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਨੇ ਮੰਤਰੀ ਨੂੰ ਕਿ ਅਸੀਂ ਉੱਥੇ ਰੁਕ ਰਹੇ ਸੀ, ਉੱਥੇ ਸੰਗਤਾਂ ਬਹੁਤ ਆ ਰਹੀਆਂ ਸੀ ਤੇ ਰਾਜਾ ਜੈ ਸਿੰਘ ਨੂੰ ਖੇਚਲ ਬੜੀ ਹੋ ਰਹੀ ਸੀ ਤੇ ਇਸ ਲਈ ਅਸੀਂ ਉੱਥੋਂ ਦੀ ਇੱਧਰ ਵਾਲੇ ਪਾਸੇ ਆ ਗਏ। ਹੁਣ ਅਸੀਂ ਕੋਈ ਅੱਛੀ ਜਗ੍ਹਾ ਦੇਖ ਰਹੇ ਹਾਂ, ਅਸੀਂ ਉੱਥੇ ਕੁਝ ਦਿਨ ਅਸੀਂ ਰੁਕਾਂਗੇ। ਤੇ ਮੰਤਰੀ ਕਹਿੰਦਾ ਹੈ, ਪਾਤਸ਼ਾਹ ਪੂਰੀ ਦਿੱਲੀ ਤੁਹਾਡੀ ਹੈ, ਇਹ ਜਗ੍ਹਾ ਵੀ ਤੁਹਾਡੀ ਹੈ, ਇਹ ਸਥਾਨ ਵੀ ਤੁਹਾਡਾ ਹੈ, ਜਿੱਥੇ ਤੁਸੀਂ ਕਹੋ ਅਸੀਂ ਉੱਥੇ ਤੁਹਾਡਾ ਆਸਨ ਲਗਾ ਦਾਂਗੇ। ਪਾਤਸ਼ਾਹ ਨੂੰ ਬੁਖਾਰ ਹੈ। ਅੱਗੇ ਜਾਂਦੇ ਪਾਤਸ਼ਾਹ ਅੱਗੇ ਜਾ ਰਹੇ ਨੇ, ਨਾਲ ਹੀ ਮੰਤਰੀ ਜਾ ਰਿਹਾ ਹੈ ਤੇ ਮੰਤਰੀ ਦੇਖਦਾ ਹੈ ਜਮਨਾ ਦੇ ਕਿਨਾਰੇ ਇੱਕ ਸੁੰਦਰ ਜਗ੍ਹਾ, ਹਰਿਆਲੀ ਵੀ ਹੈ, ਉੱਥੇ ਪਾਣੀ ਵੀ ਹੈ। ਤੇ ਪਾਤਸ਼ਾਹ ਨੂੰ ਕਹਿੰਦੇ, ਪਾਤਸ਼ਾਹ ਇਹ ਜਗ੍ਹਾ ਬੜੀ ਅੱਛੀ ਹੈ, ਇੱਥੇ ਹਰਿਆਲੀ ਵੀ ਹੈ, ਜਮਨਾ ਦੇ ਕੰਢੇ ਤੇ ਵੀ ਹੈ। ਪਾਤਸ਼ਾਹ ਜੇ ਤੁਹਾਨੂੰ ਅੱਛਾ ਲੱਗੇ, ਜੇ ਤੁਹਾਨੂੰ ਜੱਚੇ, ਤੁਹਾਨੂੰ ਇਹ ਜਗ੍ਹਾ ਭਾਂਦੀ ਹੋਏ ਤੇ ਇਹ ਕਿਸ ਤਰ੍ਹਾਂ ਦੀ ਰਹੇਗੀ?
ਪਾਤਸ਼ਾਹ ਕਹਿੰਦੇ ਨੇ ਇਹ ਜਗ੍ਹਾ ਸਾਨੂੰ ਚੰਗੀ ਲੱਗੀ ਹੈ, ਇਹ ਇਕਾਂਤ 'ਚ ਹੈ ਨਾ, ਇਹਦੇ 'ਚ ਇੱਥੇ ਸਾਡੀ ਇਕਾਗਰਤਾ ਵੀ ਬਣੀ ਰਹੇਗੀ, ਇੱਥੇ ਅਸੀਂ ਆਪਣੇ ਆਸਨ ਡੇਰਾ ਲਗਾ ਲੈਂਦੇ ਹਾਂ। ਸੰਗਤ ਜੀ ਉੱਥੇ ਤੰਬੂ ਲਗਾਇਆ ਗਿਆ, ਤੰਬੂ ਲਗਾਇਆ। ਇਹ ਮੰਤਰੀ ਵਾਪਸ ਆ ਕੇ ਰਾਜਾ ਜੈ ਸਿੰਘ ਨੂੰ ਦੱਸ ਦਿੰਦਾ ਹੈ। ਰਾਜਾ ਜੈ ਸਿੰਘ ਜਾਂਦਾ ਹੈ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ। ਜਿੰਨੇ ਦਿਨ ਵੀ ਪਾਤਸ਼ਾਹ ਇੱਥੇ ਰਹਿੰਦੇ ਨੇ ਦਿੱਲੀ, ਰਾਜਾ ਜੈ ਸਿੰਘ ਸੰਗਤ ਜੀ ਰੋਜ਼ ਦਰਸ਼ਨ ਕਰਨ ਵਾਸਤੇ ਆਂਦਾ ਹੈ। ਆ ਕੇ ਕਹਿੰਦਾ ਹੈ ਪਾਤਸ਼ਾਹ ਤੁਸੀਂ ਦੱਸਿਆ ਨਹੀਂ, ਤੁਸੀਂ ਸਾਨੂੰ ਬਿਨਾਂ ਦੱਸੇ ਆ ਗਏ, ਕੀ ਗਲਤੀ ਹੋ ਗਈ? ਪਾਤਸ਼ਾਹ ਕਹਿੰਦੇ ਅਸੀਂ ਇਕਾਂਤ 'ਚ ਰਹਿਣਾ ਚਾਹੁੰਦੇ ਹਾਂ। ਔਰ ਪਾਤਸ਼ਾਹ, ਕਿਉਂਕਿ ਪਾਤਸ਼ਾਹ ਦੇ ਮੁਖੜੇ ਤੇ ਹੁਣ ਸੀਤਲਾ ਦੇ ਦਾਣੇ ਵੀ ਦਿਖਣੇ ਸ਼ੁਰੂ ਹੋ ਗਏ ਸੀ। ਪਾਤਸ਼ਾਹ ਤੰਬੂ 'ਚ ਇਕਾਂਤ ਰਹਿੰਦੇ ਸੀ, ਸੰਗਤਾਂ ਬਾਹਰ ਸੀ, ਔਰ ਉਹਨਾਂ ਨੇ ਸਿਰਫ ਆਪਣੇ 2 ਸਿੱਖਾਂ ਨੂੰ ਕਿਹਾ ਸੀ ਕਿ ਤੁਸੀਂ ਸਾਡੇ ਕੋਲ ਸਾਡੇ ਨਾਲ ਸਾਡੇ ਕਮਰੇ 'ਚ ਰਹੋਗੇ, ਬਾਕੀ ਸੰਗਤਾਂ ਬਾਹਰ ਹੀ ਦਰਸ਼ਨ ਕਰਕੇ ਚਲੀਆਂ ਜਾਂਦੀਆਂ ਸੀ। ਔਰ ਜਾਂ ਸਿਰਫ ਮਾਤਾ ਜੀ ਨੂੰ ਆਗਿਆ ਸੀ ਅੰਦਰ ਆਉਣ ਦੀ, ਜਾਂ ਰਾਜਾ ਜੈ ਸਿੰਘ ਨੂੰ। ਮਾਤਾ ਜੀ ਵੀ ਥੋੜੇ ਸਮੇਂ ਵਾਸਤੇ ਆਉਂਦੇ ਸੀ, ਦਰਸ਼ਨ ਕਰਕੇ ਚਲੇ ਜਾਂਦੇ ਸੀ। ਹੁਣ ਔਰੰਗਜ਼ੇਬ ਇਹ ਸੋਚਦਾ ਹੈ ਕਿ ਮੈਂ ਤੇ ਦਰਸ਼ਨ ਕਰਨੇ ਨੇ। ਪਾਤਸ਼ਾਹ ਨੂੰ ਪਤਾ ਹੈ ਕਿ ਔਰੰਗਜ਼ੇਬ ਇਹ ਮੰਨਣ ਵਾਲਾ ਨਹੀਂ ਹੈ, ਨਾ ਇਹ ਚੁੱਪ ਬੈਠਣ ਵਾਲਾ ਹੈ। ਸੰਗਤ ਜੀ ਪਾਤਸ਼ਾਹ ਜਦੋਂ ਦਿੱਲੀ ਆਏ, ਇਹ ਸਾਰਾ ਵੀ ਜਿੰਨਾ ਵੀ ਇਹ ਦਿੱਲੀ ਨੂੰ ਜਿੰਨਾ ਵੀ ਇੱਥੇ ਜੋ ਵੀ ਵਰਤਾਰਾ ਹੋਇਆ, ਇਹ 13 ਦਿਨ ਵਿੱਚ ਹੋਇਆ। 6ਵੇਂ ਦਿਨ ਜਦੋਂ ਦਿੱਲੀ ਆਉਂਦੇ ਨੇ, ਪਾਤਸ਼ਾਹ ਨੂੰ 6ਵੇਂ ਦਿਨ ਤਾਪ ਚੜ੍ਹਦਾ ਹੈ। 6ਵੇਂ ਦਿਨ ਤਾਪ ਚੜ੍ਹਦਾ ਹੈ। ਕਰਦੇ ਕਰਾਂਦੇ ਸੰਗਤ ਜੀ 7 ਦਿਨ ਤਾਪ ਰਹਿੰਦਾ ਹੈ। ਇਹ 13ਵੇਂ ਦਿਨ ਪਾਤਸ਼ਾਹ ਦੇ ਸਾਰੇ ਸਰੀਰ ਤੇ ਸੀਤਲਾ ਦਾ ਪ੍ਰਭਾਵ ਹੋ ਜਾਂਦਾ ਹੈ। ਹੁਣ ਪਾਤਸ਼ਾਹ ਆਪਣੇ ਸਿੱਖਾਂ ਨੂੰ ਕਹਿ ਦਿੰਦੇ ਨੇ ਕਿ ਸਾਡਾ ਸਰੀਰ ਤਿਆਗਣ ਦਾ ਸਮੇਂ ਆ ਗਿਆ ਹੈ। ਸੰਗਤ ਜੀ ਬਿਰਾਗ ਆ ਜਾਂਦਾ ਸਾਰਿਆਂ ਦੇ ਵਿੱਚ, ਪਾਤਸ਼ਾਹ ਅਸੀਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਕਿੱਦਾਂ ਰਵਾਂਗੇ? ਔਰ ਵਿੱਚੋਂ ਕਈ ਸਿੱਖ ਕਹਿੰਦੇ ਨੇ ਕਿ ਸਾਰਿਆਂ ਨੇ ਤੇ ਆਪਣੇ ਰਹਿੰਦੇ ਹੋਏ ਗੁਰਤਾ ਗੱਦੀ ਅੱਗੇ ਦੇ ਦਿੱਤੀ ਸੀ, ਔਰ ਪਾਤਸ਼ਾਹ ਨੂੰ ਉਹ ਕਹਿਣਾ ਚਾਹੁੰਦੇ ਨੇ, ਪਾਤਸ਼ਾਹ ਦੇ ਅੱਗੇ ਬੇਨਤੀ ਕਰਨਾ ਚਾਹੁੰਦੇ ਨੇ ਕਿ ਪਾਤਸ਼ਾਹ ਤੁਸੀਂ ਸਾਨੂੰ ਕਿੰਨਾ ਦੇ ਆਸਰੇ ਛੱਡ ਕੇ ਜਾ ਰਹੇ ਹੋ, ਪਰ ਇਹ ਕਹਿਣ ਦੀ ਹਿੰਮਤ ਨਹੀਂ ਹੁੰਦੀ। ਇੱਕ ਮੁਖੀ ਮਸੰਦ ਹੁੰਦੇ ਨੇ ਭਾਈ ਗੁਰਬਖਸ਼ ਸਿੰਘ ਜੀ, ਉਹ ਪਾਤਸ਼ਾਹ ਦੇ ਥੋੜੇ ਨਜ਼ਦੀਕ ਹੁੰਦੇ ਨੇ, ਤੇ ਸੰਗਤਾਂ ਸਾਰੀਆਂ ਉਹਨਾਂ ਨੂੰ ਕਹਿੰਦੀਆਂ ਨੇ ਕਿ ਤੁਸੀਂ ਗੁਰੂ ਸਾਹਿਬ ਨੂੰ ਪੁੱਛੋ ਕਿ ਸਾਨੂੰ ਕਿਹਦੇ ਆਸਰੇ ਛੱਡ ਕੇ ਜਾ ਰਹੇ ਨੇ, ਸਾਨੂੰ ਕਿਹਨਾਂ ਦੇ ਅਧੀਨ ਛੱਡ ਕੇ ਜਾ ਰਹੇ ਨੇ। ਜਦੋਂ ਉਹ ਅੱਗੇ ਪਾਤਸ਼ਾਹ ਦੇ ਅੱਗੇ ਬੇਨਤੀ ਕਰਦੇ ਨੇ ਕਿ ਪਾਤਸ਼ਾਹ ਸੰਗਤਾਂ ਤੇ ਬੜੀਆਂ ਬਿਰਾਗ 'ਚ ਨੇ, ਤੁਸੀਂ ਉਹਨਾਂ ਨੂੰ ਕਿਹਨਾਂ ਦੇ ਆਸਰੇ ਛੱਡ ਕੇ ਜਾ ਰਹੇ ਹੋ? ਔਰ ਪਾਤਸ਼ਾਹ ਸਾਰੇ ਗੁਰੂਆਂ ਨੇ, ਉਹ ਜੋ ਗੁਰੂਆਂ ਦੀ ਰੀਤ ਰਹੀ ਹੈ ਕਿ ਉਹਨਾਂ ਨੇ ਨਾਰੀਅਲ ਔਰ 5 ਪੈਸੇ ਦੇ ਕੇ ਗੁਰਤਾ ਗੱਦੀ ਦਿੱਤੀ ਹੈ, ਪਾਤਸ਼ਾਹ ਤੁਸੀਂ ਤੇ ਹਾਲੇ ਤੱਕ ਉਹ ਰੀਤ ਵੀ ਨਹੀਂ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਸੰਗਤਾਂ ਨੂੰ ਬੁਲਾਓ। ਫਿਰ ਪਾਤਸ਼ਾਹ ਜਿਹੜਾ 13ਵਾਂ ਦਿਨ ਸੀ ਨਾ ਸੰਗਤ ਜੀ, ਪਾਤਸ਼ਾਹ ਦੇ ਸਰੀਰ ਤੇ ਬਹੁਤ ਜ਼ਿਆਦਾ ਕਸ਼ਟ ਸੀ। ਪੂਰੇ ਸੀਤਲਾ ਦੇ ਛਾਲੇ ਸੀ ਜੋ ਕਿ ਪਸ ਨਾਲ ਭਰੇ ਹੋਏ ਸੀ, ਔਰ 6ਵੇਂ ਦਿਨ ਤੋਂ ਲੈ ਕੇ 7ਵੇਂ ਦਿਨ ਤੱਕ ਤਾਪ ਇੱਕ ਰਸ ਰਿਹਾ ਹੈ, ਤਾਪ ਉਤਰਿਆ ਨਹੀਂ। ਪਾਤਸ਼ਾਹ ਨੇ ਸੰਗਤਾਂ ਨੂੰ ਉਪਦੇਸ਼ ਦਿੱਤੇ ਕਿ ਜੋ ਸਰੀਰ ਹੁੰਦਾ ਹੈ ਉਹ ਨਾਸ਼ਵੰਤ ਹੁੰਦਾ ਹੈ, ਤੁਸੀਂ ਸ਼ਬਦ ਨਾਲ ਜੁੜਨਾ ਹੈ, ਕਿਉਂਕਿ ਇਹ ਜੋ ਬਾਣੀ ਹੈ ਇਹੀ ਗੁਰੂ ਹੈ, ਔਰ ਤੁਸੀਂ ਸ਼ਬਦ ਦੇ ਨਾਲ ਜੁੜਨਾ ਹੈ, ਤੁਸੀਂ ਸਰੀਰ ਦੇ ਨਾਲ ਮੋਹ ਨਹੀਂ ਕਰਨਾ। ਸਰੀਰ ਤੇ ਸਾਰਿਆਂ ਨੇ, ਜੋ ਸਰੀਰ ਆਇਆ ਹੈ ਉਹ ਸਰੀਰ ਨੇ ਜਾਣਾ ਹੀ ਹੈ। ਉਸ ਦਿਨ ਪਾਤਸ਼ਾਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਨੂੰ ਖੁੱਲੇ ਦਰਸ਼ਨ ਦਿੰਦੇ ਨੇ। ਸ਼ਾਮ ਪੈ ਜਾਂਦੀ ਹੈ, ਮਾਤਾ ਜੀ ਆਉਂਦੇ ਨੇ ਕੋਲ, ਮਾਤਾ ਜੀ ਨੂੰ ਕਹਿੰਦੇ ਨੇ, ਔਰ ਜੋ ਉਹਨਾਂ ਦੇ ਅੱਗੇ ਜੋ ਮਸੰਦ ਹੁੰਦੇ, ਜਿਹੜੇ ਮਸੰਦ ਭਾਈ ਗੁਰਬਖਸ਼ ਜੀ ਸੀ, ਉਹਨਾਂ ਨੂੰ ਕਹਿੰਦੇ ਨੇ ਨਾਰੀਅਲ ਔਰ 5 ਪੈਸੇ ਲਿਆਓ। ਜਦੋਂ ਨਾਰੀਅਲ ਔਰ 5 ਪੈਸੇ ਲੈ ਕੇ ਆਉਂਦੇ ਨੇ ਸੰਗਤ ਜੀ, ਕਈ ਜਗ੍ਹਾ ਤੇ ਲਿਖਿਆ ਹੈ
ਸਿਰ ਤੋਂ ਉਹਨਾਂ ਨੇ ਪਰਿਕਰਮਾ ਕੀਤੀ। ਕਈ ਜਗ੍ਹਾ ਇਤਿਹਾਸ 'ਚ ਲਿਖਿਆ ਕਿ ਹੱਥ ਦੇ ਨਾਲ ਉਹਨਾਂ ਨੇ ਪਰਿਕਰਮਾ ਕੀਤੀ। ਉਹਨਾਂ ਨੇ ਨੇਤਰ ਬੰਦ ਕਰ ਲਏ ਔਰ ਸੁਰਤ ਜੋੜੀ ਬਾਬਾ ਬਕਾਲੇ, ਜਿੱਥੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਉਹਨਾਂ ਨੇ ਉਹਨਾਂ ਦੀ ਪਰਿਕਰਮਾ ਕੀਤੀ ਔਰ ਸੁਰਤ ਨਾਲ ਪਰਿਕਰਮਾ ਕੀਤੀ ਔਰ ਨੇਤਰ ਬੰਦ ਕੀਤੇ ਔਰ ਮੱਥਾ ਟੇਕਿਆ ਔਰ ਉਹਨਾਂ ਨੇ ਕਿਹਾ ਬਾਬਾ ਬਸੇ ਬਕਾਲੇ, ਗ੍ਰਾਮ ਬਕਾਲੇ। ਉਹਨਾਂ ਨੇ ਇਹ ਬਚਨ ਕੀਤੇ ਔਰ ਉਹਨਾਂ ਨੇ ਕਿਹਾ ਕਿ ਮਾਤਾ ਜੀ ਹੁਣ ਸਾਡੇ ਸਿੱਖ ਜੋ 2 ਸਿੱਖ ਅੰਦਰ ਰਹਿੰਦੇ ਸੀ ਉਹਨਾਂ ਦੇ ਕੋਲ, ਉਹਨਾਂ ਨੂੰ ਕਿਹਾ ਕਿ ਸਾਡਾ ਸਰੀਰ ਤਿਆਗਣ ਦਾ ਸਮੇਂ ਆ ਗਿਆ ਹੈ। ਸੰਗਤ ਜੀ ਰਾਤ ਬੀਤੀ ਔਰ ਉਹਨਾਂ ਨੇ ਕਿਹਾ ਹੁਣ ਤੁਸੀਂ ਸਾਨੂੰ ਕੁਝ ਪ੍ਰਸ਼ਨ ਨਹੀਂ ਪੁੱਛੋਗੇ। ਹੁਣ ਮਾਤਾ ਜੀ ਦੇ ਉੱਤੇ ਵੀ ਉਹਨਾਂ ਨੇ ਕਿਰਪਾ ਦੀ, ਮਿਹਰ ਦੀ ਦ੍ਰਿਸ਼ਟੀ ਪਾਈ ਕਿ ਮਾਤਾ ਜੀ ਨੂੰ ਵੀ ਸਹਿਜਤਾ ਆ ਗਈ, ਮਾਤਾ ਜੀ ਦੇ ਵੀ ਨੇਤਰ ਬੰਦ ਹੋ ਗਏ ਔਰ ਉਹਨਾਂ ਦੀ ਵੀ ਸਮਾਧੀ ਲੱਗ ਗਈ, ਉਹਨਾਂ ਦੇ ਵੀ ਮਨ 'ਚ ਸਹਿਜਤਾ ਆ ਗਈ। ਪਾਤਸ਼ਾਹ ਲੇਟ ਗਏ ਔਰ ਉਹਨਾਂ ਨੇ ਆਪਣੇ ਮੁਖੜੇ ਦੇ ਉੱਤੇ ਉਹਨਾਂ ਨੇ ਸਰੀਰ ਤੇ ਆਪਣੇ ਪੂਰੇ ਚਾਦਰ ਲੱਲੀ, ਸਫੇਦ ਚਾਦਰ ਲੱਲੀ ਔਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗ ਗਏ। ਹੌਲੀ 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 ਕਰਦੇ ਵਾਹਿਗੁਰੂ ਦੀ ਆਵਾਜ਼ ਆਣੀ ਬੰਦ ਹੋ ਗਈ। ਪਾਤਸ਼ਾਹ ਨੇ ਸਰੀਰ ਤਿਆਗ ਦਿੱਤਾ ਔਰ ਪਾਤਸ਼ਾਹ ਸਰੀਰ ਤਿਆਗਣ ਤੋਂ ਪਹਿਲਾਂ ਦੱਸ ਕੇ ਗਏ ਸੀ ਕਿ ਉਹਨਾਂ ਦੇ ਜਲ ਪ੍ਰਵਾਹ ਕਿੱਥੇ ਕਰਨਾ ਹੈ, ਕੀਰਤਪੁਰ। ਹੁਣ ਸੰਗਤ ਜੀ ਇੱਧਰ ਔਰੰਗਜ਼ੇਬ ਨੂੰ ਪਤਾ ਲੱਗਦਾ ਹੈ ਕਿ ਪਾਤਸ਼ਾਹ ਨੇ ਸਰੀਰ ਤਿਆਗ ਦਿੱਤਾ ਹੈ। ਇਹ ਕਹਿੰਦਾ ਜਿੰਦੇ ਜੀ ਤੇ ਮੈਨੂੰ ਦਰਸ਼ਨ ਨਹੀਂ ਦਿੱਤੇ, ਹੁਣ ਉਹਨਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਹੈ, ਹੁਣ ਮੈਨੂੰ ਕੌਣ ਮਨਾ ਕਰੇਗਾ? ਹੁਣ ਤੇ ਮੈਂ ਰਾਜਾ ਹੈ, ਮੈਂ ਤੇ ਆਪਣੀ ਮਰਜ਼ੀ ਕਰ ਸਕਦਾ ਹਾਂ। ਹੁਣ ਇਹ ਤੁਰ ਪੈਂਦਾ ਹੈ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਔਰੰਗਜ਼ੇਬ। ਜਦੋਂ ਪਾਤਸ਼ਾਹ ਜਾਂਦਾ ਹੈ ਉੱਥੇ ਬਾਹਰ, ਉੱਥੇ ਜੈ ਸਿੰਘ ਨੂੰ ਪਤਾ ਚੱਲਦਾ ਹੈ ਕਿ ਔਰੰਗਜ਼ੇਬ ਦਰਸ਼ਨ ਕਰਨ ਆ ਰਿਹਾ ਹੈ ਪਾਤਸ਼ਾਹ ਦੇ। ਮਾਤਾ ਜੀ ਨੂੰ ਵੀ ਪਤਾ ਲੱਗਦਾ ਹੈ ਔਰੰਗਜ਼ੇਬ ਦਰਸ਼ਨ ਕਰਨ ਆ ਰਿਹਾ ਪਾਤਸ਼ਾਹ ਦੇ। ਮਾਤਾ ਜੀ ਸੋਚਦੇ ਨੇ ਕਿ ਜੇ ਮਨਾ ਕੀਤਾ ਤੇ ਇੱਥੇ ਫਿਰ ਝਗੜਾ ਪੈ ਜਾਣਾ ਹੈ। ਮਨ 'ਚ ਮਾਤਾ ਜੀ ਵੀ ਅਰਦਾਸ ਕਰ ਰਹੇ ਨੇ ਕਿ ਇਹਨਾਂ ਨੂੰ ਜਦੋਂ ਤੱਕ ਤੇ ਪਾਤਸ਼ਾਹ ਦਾ ਸਰੀਰ ਰਿਹਾ, ਉਹਨਾਂ ਨੇ ਆਪਣੇ ਪਿਤਾ ਦੇ ਆਪਣੇ ਬਚਨ ਕਮਾਏ, ਉਹਨਾਂ ਨੇ ਦਰਸ਼ਨ ਨਹੀਂ ਦਿੱਤੇ। ਰਾਜਾ ਜੈ ਸਿੰਘ, ਹੁਣ ਰਾਜਾ ਜੈ ਸਿੰਘ ਵੀ ਇਹਦੇ ਨਾਲ ਔਰੰਗਜ਼ੇਬ ਨਾਲ ਵਿਗਾੜ ਨਹੀਂ ਚਾਹੁੰਦਾ। ਜਾਂਦਾ ਹੈ ਬਾਹਰ, ਜਾਂਦਾ ਜੈ ਸਿੰਘ ਨੂੰ ਲੈ ਕੇ ਆਂਦਾ, ਸਾਰੀ ਸੰਗਤਾਂ ਨੂੰ ਪਰੇ ਹੋ ਜਾਓ ਪਰੇ ਹੋ ਜਾਓ ਪਰੇ ਕਰਕੇ ਔਰੰਗਜ਼ੇਬ ਨੂੰ ਅੰਦਰ ਲੈ ਕੇ ਆਂਦਾ ਹੈ। ਪਾਤਸ਼ਾਹ ਉੱਥੇ ਲੇਟੇ ਹੋਏ ਨੇ, ਉੱਪਰ ਚੱਦਰ ਹੈ, 2 ਸਿੱਖ ਸਿਰ ਵਾਲੇ ਪਾਸੇ ਖੜੇ ਨੇ, ਚਵਰ ਸਾਹਿਬ ਹੋ ਰਿਹਾ ਹੈ। ਸਿੱਖ ਨੂੰ ਜੋ ਚਵਰ ਸਾਹਿਬ ਕਰ ਰਿਹਾ ਪਾਤਸ਼ਾਹ ਦੇ ਸੀਸ ਉੱਤੇ, ਉਹਨੂੰ ਰਾਜਾ ਜੈ ਸਿੰਘ ਕਹਿੰਦਾ ਹੈ ਮੁਖੜੇ ਤੋਂ ਪਰਦਾ ਹਟਾਓ, ਮੁਖੜੇ ਤੋਂ ਕਪੜਾ ਹਟਾਓ, ਮੈਂ ਇਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ। ਔਰ ਮਨ 'ਚ ਸੋਚ ਰਿਹਾ ਹੈ ਅੱਜ ਮੈਨੂੰ ਕੌਣ ਮਨਾ ਕਰਨ ਵਾਲਾ ਹੈ, ਅੱਜ ਤੇ ਮੈਨੂੰ ਕੋਈ ਮਨਾ ਹੀ ਨਹੀਂ ਕਰ ਸਕਦਾ। ਬੜੇ ਦ੍ਰਿੜ ਰਹੇ ਨੇ ਜਦੋਂ ਤੱਕ ਸਰੀਰ ਰਿਹਾ, ਬੜੇ ਪੱਕੇ ਰਹੇ ਨੇ, ਬੜੀ ਦ੍ਰਿੜਤਾ ਰਹੀ ਹੈ, ਮੈਨੂੰ ਦਰਸ਼ਨ ਨਹੀਂ ਦਿੱਤੇ। ਅੱਜ ਮੈਂ ਦੇਖਦਾ ਹੈ ਮੈਨੂੰ ਕੌਣ ਮਨਾ ਕਰੇਗਾ। ਜਦੋਂ ਸਿੱਖ ਨੂੰ ਕਿਹਾ ਕਿ ਗੁਰੂ ਸਾਹਿਬ ਦੇ ਮੁਖੜੇ ਤੋਂ ਚੱਦਰ ਹਟਾਓ, ਸੰਗਤ ਜੀ ਗੁਰੂ ਸਾਹਿਬ ਨੇ ਹੱਥ ਜੋੜੇ ਔਰ ਅਰਦਾਸ ਕੀਤੀ ਕਿ हे ਸੱਚੇ ਪਾਤਸ਼ਾਹ, ਮੈਂ ਜੇ ਮਨਾ ਕਰਦਾ ਹਾਂ ਤੇ ਇੱਥੇ ਫਿਰ ਪਾਤਸ਼ਾਹ ਝਗੜਾ ਨਾ ਪੈ ਜਾਏ। ਪਾਤਸ਼ਾਹ ਤੁਸੀਂ ਆਪ ਹੀ ਸਮਰੱਥ ਹੋ ਪਾਤਸ਼ਾਹ, ਤੁਸੀਂ ਲਾਜ ਰੱਖ ਲਿਓ। ਸੰਗਤ ਜੀ, ਔਰ ਉਹਨੇ ਜਿਸ ਤਰ੍ਹਾਂ ਹੀ ਮੁਖੜੇ ਤੋਂ ਪਾਤਸ਼ਾਹ ਦੇ ਕਪੜਾ ਹਟਾਇਆ, ਸਭ ਨੂੰ ਪਾਤਸ਼ਾਹ ਦਾ ਸਰੀਰ ਦਿਖਦਾ ਸੀ, ਔਰੰਗਜ਼ੇਬ ਨੂੰ ਉੱਥੇ ਪਾਤਸ਼ਾਹ ਦਾ ਸਰੀਰ ਨਹੀਂ ਦਿਖਿਆ। ਪਾਤਸ਼ਾਹ ਨੂੰ ਔਰੰਗਜ਼ੇਬ ਦੇ ਔਰੰਗਜ਼ੇਬ ਨੂੰ ਪਾਤਸ਼ਾਹ ਦੇ ਸਰੀਰ ਦੇ ਦਰਸ਼ਨ ਹੀ ਨਹੀਂ ਹੋਏ। ਸਰੀਰ ਦਿਖ ਹੀ ਨਹੀਂ ਰਿਹਾ ਸੀ। ਉਸ ਸਥਾਨ ਤੇ ਉਹਨੂੰ ਹੋਰ ਕੋਈ ਭਿਆਨਕ, ਉਹਨੂੰ
ਚੀਜ਼ਾਂ ਦਿਖ ਰਹੀਆਂ ਸੀ ਜਿਹਦੇ ਨਾਲ ਕਿ ਉਹ ਇੰਨਾ ਡਰ ਗਿਆ, ਉਹਦੇ ਦੰਦ ਨਾਲ ਦੰਦ ਵੱਜਣ ਲੱਗ ਗਏ, ਉਹਨੂੰ ਚੱਕਰ ਆਉਣ ਲੱਗ ਗਏ, ਇੰਨਾ ਭੈਭੀਤ ਹੋ ਗਿਆ। ਸਾਰਿਆਂ ਨੂੰ ਪਾਤਸ਼ਾਹ ਦੇ ਸਰੀਰ ਦੇ ਦਰਸ਼ਨ ਹੋ ਰਹੇ ਨੇ, ਪਰ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਹੋ ਰਹੇ। ਤੇ ਸੰਗਤ ਜੀ ਉਹ ਸੋਚਦਾ ਹੈ, ਕਹਿੰਦੇ ਨੇ ਜਦੋਂ ਤੱਕ ਤੇ ਸਰੀਰ ਸੀ ਉਦੋਂ ਤੱਕ ਦਰਸ਼ਨ ਨਹੀਂ ਦਿੱਤੇ, ਹੁਣ ਸਰੀਰ ਨਹੀਂ ਹੈ, ਸਰੀਰ ਤਿਆਗ ਦਿੱਤਾ ਹੈ ਤਾਂ ਵੀ ਮੈਨੂੰ ਦਰਸ਼ਨ ਨਹੀਂ ਦਿੱਤੇ। ਸੰਗਤ ਜੀ ਉਹ ਔਰੰਗਜ਼ੇਬ ਡਿੱਗਣ ਲੱਗਦਾ ਹੈ ਡਰ ਦੇ ਨਾਲ, ਬੜੀ ਮੁਸ਼ਕਲ ਦੇ ਨਾਲ ਉਹਨੂੰ ਸਿੱਖ ਪਕੜਦਾ ਹੈ, ਉਹਨੂੰ ਸੰਭਾਲਦਾ ਹੈ। ਫਿਰ ਉਹ ਸੰਗਤ ਜੀ ਹੱਥ ਜੋੜਦਾ ਹੈ, ਕਹਿੰਦਾ ਤੁਸੀਂ ਸਮਰੱਥ ਹੋ, ਤੁਸੀਂ ਪੂਰੇ ਗੁਰੂ ਹੋ। ਜੈ ਸਿੰਘ ਕਹਿੰਦਾ ਹੈ ਔਰੰਗਜ਼ੇਬ ਤੁਹਾਨੂੰ ਦਰਸ਼ਨ ਹੋਏ? ਕਹਿੰਦਾ ਜਦੋਂ ਤੱਕ ਸਰੀਰ ਸੀ ਉਦੋਂ ਵੀ ਮੈਨੂੰ ਦਰਸ਼ਨ ਨਹੀਂ ਦਿੱਤੇ, ਪਰ ਗੁਰੂ ਸਾਹਿਬ ਨੇ, ਹੁਣ ਪਾਤਸ਼ਾਹ ਨੇ ਸਰੀਰ ਤਿਆਗਣ ਤੋਂ ਬਾਅਦ ਵੀ ਮੈਨੂੰ ਦਰਸ਼ਨ ਨਹੀਂ ਦਿੱਤੇ। ਉਹ ਪੂਰੇ ਗੁਰੂ ਹਨ, ਉਹ ਪੂਰੇ ਗੁਰੂ ਹਨ। ਤੇ ਸੰਗਤ ਜੀ ਐਸੇ ਗੁਰੂ ਅਸੀਂ ਉਹਨਾਂ ਦੀ ਸੰਗਤ ਜੀ ਉਹਨਾਂ ਦੀ ਸਿਫਤ ਸਲਾਹ ਤੇ ਸਾਡਾ ਇੰਨੀ ਹੈ ਨਹੀਂ, ਅਸੀਂ ਸਿਫਤ ਸਲਾਹ ਵੀ ਨਹੀਂ ਕਰ ਸਕਦੇ। ਇੰਨੇ ਵੱਡੇ ਸਾਡੇ ਸਮਰੱਥ ਗੁਰੂ, ਬਚਨ ਕਮਾਏ ਪਿਤਾ ਦੇ, ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਬਾਣੀ ਨਾਲ ਜੁੜਨਾ ਹੈ, ਸ਼ਬਦ ਨਾਲ ਪ੍ਰੇਮ ਕਰਨਾ ਹੈ, ਤੇ ਪਿਤਾ ਦੇ ਬਚਨ ਵੀ ਕਮਾਏ ਨੇ ਕਿ ਦਰਸ਼ਨ ਨਹੀਂ ਦੇਣੇ। ਤੇ ਸੰਗਤ ਜੀ ਅੱਗੇ ਫਿਰ ਉਹਨਾਂ ਨੇ ਜਿਸ ਤਰ੍ਹਾਂ ਆਪਣੇ ਸਿੱਖਾਂ ਨੂੰ ਹੁਕਮ ਕਰਕੇ ਗਏ ਸੀ, ਫਿਰ ਸਿੱਖਾਂ ਨੇ ਵੀ ਉਹਨਾਂ ਦਾ ਹੁਕਮ ਅੱਗੇ ਉਸ ਤਰ੍ਹਾਂ ਹੀ ਮੰਨਿਆ। ਸੰਗਤ ਜੀ ਹੁਣ ਸਮੇਂ ਹੋ ਗਿਆ ਹੈ ਐਨੀ ਜੀ ਸੇਵਾ ਪ੍ਰਵਾਨ ਕਰਨਾ, ਪਾਤਸ਼ਾਹ ਦਾ ਜੀਵਨ, ਪਾਤਸ਼ਾਹ ਦਾ ਇਤਿਹਾਸ ਤੇ ਸੰਗਤ ਜੀ ਅਸੀਂ ਬਿਆਨ ਕਰ ਹੀ ਨਹੀਂ ਸਕਦੇ, ਪਰ ਜਿੰਨੀ ਕੁ ਥੋੜੀ ਜੀ ਕੋਸ਼ਿਸ਼ ਕੀਤੀ ਹੈ, ਔਰ ਉਸ ਕੋਸ਼ਿਸ਼ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਤਰੁੱਟੀਆਂ ਹੋ ਗਈਆਂ ਨੇ। ਸੰਗਤ ਬਖਸ਼ਣਯੋਗ ਹੈ, ਸੰਗਤ ਬਖਸ਼ ਦੇ, ਗੁਰੂ ਬਖਸ਼ ਦੇ। ਸੰਗਤ ਜੀ ਆਓ ਮਿਲ ਕੇ ਹੁਣ ਅਸੀਂ ਸ਼ਬਦ ਪੜ੍ਹਦੇ। पर
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਬਹੁਤ 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 ਗਲਤੀਆਂ ਹੋ ਜਾਂਦੀਆਂ ਨੇ, ਮਾफ़ ਕਰ ਦੇਣਾ ਸੰਗਤ जी।